ਅੱਜ ਦੀ ਇਸ ਵਾਰਤਾ ਦੇ ਵਿੱਚ ਆਪਾਂ ਇੱਕ ਬਹੁਤ ਚਰਚਿਤ ਅਤੇ ਬਹੁਤ ਹੀ ਮਹੱਤਵਪੂਰਨ ਵਿਸ਼ੇ ਦੇ ਬਾਰੇ ਵਿਸ਼ਾ ਗਲੋਬਲਾਈਜੇਸ਼ਨ, ਧਰਮ ਅਤੇ ਸਿੱਖੀ ਅਤੇ ਸਿੱਖਾਂ ਦਾ ਭਵਿੱਖ। ਗਲੋਬਲਾਈਜੇਸ਼ਨ ਅੱਜ ਦੇ ਦੌਰ ਵਿੱਚ ਇੱਕ ਅਜਿਹੀ ਹਕੀਕਤ ਜਾਂ ਰਿਐਲਿਟੀ ਬਣ ਚੁੱਕਾ ਹੈ ਕਿ ਜਿਹਦੇ ਤੋਂ ਅਸੀਂ ਖਹਿੜਾ ਨਹੀਂ ਛੁਡਾ ਸਕਦੇ। ਆਉਣ ਵਾਲਾ ਸਮਾਂ ਅਜਿਹਾ ਹੋਏਗਾ ਕਿ ਸਾਡਾ ਆਪਣਾ ਜੀਵਨ ਸਮੁੱਚੇ ਵਿਸ਼ਵ ਦੇ ਪ੍ਰਸੰਗ ਵਿੱਚ ਪੈਦਾ ਹੋ ਰਹੀਆਂ ਸਮੱਸਿਆਵਾਂ, ਪੈਦਾ ਹੋ ਰਹੀਆਂ ਬਿਮਾਰੀਆਂ ਜਾਂ ਪੈਦਾ ਹੋਏ ਟਕਰਾਵਾਂ ਦੇ ਨਾਲ ਹੀ ਜਿਉਣਾ ਪਏਗਾ। ਪਹਿਲਾਂ ਜੇ ਆਪਾਂ ਪਿਛਲੇ ਸਮਾਜਾਂ ਦੇ ਜਾਂ ਪਿਛਲੇ ਸਮੇਂ ਦੀ ਗੱਲ ਕਰੀਏ ਤਾਂ ਮਨੁੱਖ ਧਰਤੀ ਦੇ ਇੱਕ ਸੀਮਤ ਜਿਹੇ ਹਿੱਸੇ ਦੇ ਵਿੱਚ ਰਹਿੰਦਾ ਸੀ, ਉੱਥੇ ਹੀ ਆਪਣਾ ਜੀਵਨ ਬਤੀਤ ਕਰਦਾ ਸੀ। ਪਰੰਤੂ ਅੱਜ ਕੱਲ੍ਹ ਜਿਵੇਂ ਕਿ ਅਸੀਂ ਦੇਖਦੇ ਹਾਂ ਕਿ ਧਰਤੀ ਦੇ ਇੱਕ ਟੁਕੜੇ ਦੇ ਉੱਤੇ ਜਾਂ ਇੱਕ ਹਿੱਸੇ ਦੇ ਵਿੱਚ ਰਹਿੰਦਾ ਹੋਇਆ ਮਨੁੱਖ ਪੂਰੇ ਵਿਸ਼ਵ ਦੇ ਨਾਲ ਆਪਣੇ ਆਪ ਨੂੰ ਜੁੜਿਆ ਹੋਇਆ ਮਹਿਸੂਸ ਕਰਦਾ ਹੈ। ਇਕੱਲਾ ਮਹਿਸੂਸ ਹੀ ਨਹੀਂ ਕਰਦਾ ਕਿ ਮਨੁੱਖ ਨੂੰ ਹੁਣ ਗਲੋਬਲ ਜਾਂ ਵਿਸ਼ਵ ਪੱਧਰੇ ਤੰਤਰ ਨੇ ਆਪਣੇ ਦੇ ਨਾਲ ਪੂਰੀ ਤਰ੍ਹਾਂ ਜੋੜ ਰੱਖਿਆ ਹੈ। ਜੇਕਰ ਧਾਰਮਿਕ ਮੁਹਾਵਰੇ ਦੇ ਵਿੱਚ ਗੱਲ ਕਰੀਏ ਤਾਂ ਮੈਂ ਇਹ ਗੱਲ ਕਹਿ ਸਕਦਾ ਕਿ ਗਲੋਬਲਾਈਜੇਸ਼ਨ ਇੱਕ ਅਜਿਹਾ ਤੰਤਰ ਜਾਂ ਜਾਲ ਹੈ, ਉਹ ਜਾਲ ਜਿਸ ਨੂੰ ਅਸੀਂ ਮਾਇਆ ਜਾਲ ਜਾਂ ਮਾਇਆ ਦੇ ਇੱਕ ਭਿਅੰਕਰ ਰੂਪ ਪੂੰਜੀ ਦਾ ਜਾਲ ਕਹਿ ਸਕਦੇ ਹਾਂ। ਇਸ ਜਾਲ ਦੇ ਵਿੱਚ ਹਰ ਮਨੁੱਖ, ਭਾਵੇਂ ਉਹ ਕਿਸੇ ਵੀ ਕੌਮ ਦਾ ਜਾਂ ਕਿਸੇ ਵੀ ਭਾਈਚਾਰੇ ਦਾ ਪ੍ਰਤੀਨਿਧ ਹੋਵੇ, ਉਹ ਇਸ ਜਾਲ ਦੇ ਵਿੱਚ ਆਪਣੇ ਆਪ ਨੂੰ ਫਸਿਆ ਹੋਇਆ ਮਹਿਸੂਸ ਕਰਦਾ। ਇਹ ਜ਼ਿੰਦਗੀ, ਇਸ ਜਾਲ ਤੋਂ ਕਿਵੇਂ ਆਜ਼ਾਦ ਹੋਇਆ ਜਾਵੇ? ਕਹਿਣ ਦਾ ਭਾਵ ਕਿ ਜ਼ਿੰਦਗੀ ਨੂੰ ਜਿਉਣ ਦੇ ਲਈ ਮਨੁੱਖ ਦੀ ਆਜ਼ਾਦੀ ਅਤੇ ਉਹਦਾ ਸਵੈਮਾਣ ਜਾਂ ਮਨੁੱਖੀ ਜੀਵਨ ਦੀ ਓਰੀਜਨੈਲਿਟੀ ਨੂੰ ਕਿਸ ਤਰ੍ਹਾਂ ਮੇਨਟੇਨ ਕੀਤਾ ਜਾਵੇ ਕਿ ਮਨੁੱਖ ਆਪਣੇ ਜੀਵਨ ਨੂੰ ਕੀ ਆਪਣੀ ਮਰਜ਼ੀ ਦੇ ਨਾਲ ਜਿਉ ਸਕਦਾ ਹੈ। ਜਦੋਂ ਅਸੀਂ ਗਲੋਬਲਾਈਜੇਸ਼ਨ ਦੇ ਪ੍ਰਭਾਵ ਦੀ ਗੱਲ ਕਰਦੇ ਹਾਂ ਤਾਂ ਫਿਰ ਇਸ ਸਵਾਲ ਦਾ ਜਵਾਬ ਇਹੀ ਬਣੇਗਾ ਕਿ ਨਹੀਂ, ਮਨੁੱਖ ਆਪਣੇ ਜੀਵਨ ਨੂੰ ਜਿਉਣ ਦੇ ਲਈ ਹੁਣ ਆਜ਼ਾਦ ਨਹੀਂ ਰਿਹਾ। ਮਨੁੱਖ ਦੀ ਆਜ਼ਾਦੀ ਨੂੰ ਗਲੋਬਲਾਈਜੇਸ਼ਨ ਕਿਸ ਤਰ੍ਹਾਂ ਪ੍ਰਭਾਵਿਤ ਕਰਦੀ ਹੈ, ਇਹਦੇ ਧਰਮ ਦੇ ਉੱਤੇ ਕੀ ਪ੍ਰਭਾਵ ਪੈ ਰਹੇ ਨੇ, ਅਤੇ ਇਸ ਤੋਂ ਅੱਗੇ ਕਿ ਇਹ ਗਲੋਬਲਾਈਜੇਸ਼ਨ ਦਾ ਅਮਲ ਸਿੱਖਾਂ ਨੂੰ ਜਾਂ ਸਿੱਖਾਂ ਦੇ ਸਾਹਮਣੇ ਕਿਸ ਕਿਸਮ ਦੇ ਸੰਕਟ, ਚੁਣੌਤੀਆਂ ਪੈਦਾ ਕਰ ਰਿਹਾ ਹੈ ਅਤੇ ਇਹਨਾਂ ਚੁਣੌਤੀਆਂ ਦਾ ਟਾਕਰਾ ਕਰਨ ਦੇ ਲਈ ਸਿੱਖਾਂ ਨੂੰ ਕੀ ਕਦਮ ਚੁੱਕਣੇ ਪੈਣਗੇ। ਅਤੇ ਇਸੇ ਲੜੀ ਦੇ ਵਿੱਚ ਵੱਖ-ਵੱਖ ਵਿਸ਼ਿਆਂ ਦੇ ਵਿਦਵਾਨ ਇਹ ਸਾਰੀ ਪ੍ਰਕਿਰਿਆ ਨੂੰ ਕਿਸ ਤਰ੍ਹਾਂ ਦੇਖਦੇ ਨੇ। ਜੇਕਰ ਅਸੀਂ ਇਹਦੇ ਮੁੱਢਲੇ ਸ਼ਬਦ ਦੀ ਗੱਲ ਕਰੀਏ ਕਿ ਪੰਜਾਬੀ ਦੇ ਵਿੱਚ ਚਿੰਤਨ ਕਰਨਾ ਤਾਂ ਦੂਰ ਦੀ ਗੱਲ ਕਿ ਗਲੋਬਲਾਈਜੇਸ਼ਨ, ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕੀਤੀ ਹੈ, ਇੱਕ ਹਕੀਕਤ ਬਣ ਚੁੱਕਿਆ ਕਿ ਇਹਦੇ ਵਿੱਚੋਂ ਨਿਕਲਣ ਦਾ ਸਾਡੇ ਕੋਲ ਕੋਈ ਬਚਾਅ ਨਹੀਂ ਹੈ। ਇਹ ਸਾਨੂੰ ਇਹਦਾ ਸਾਹਮਣਾ ਕਰਨਾ ਪਏਗਾ। ਗਲੋਬਲਾਈਜੇਸ਼ਨ ਦਾ ਅਸੀਂ ਸਾਹਮਣਾ ਕਿਵੇਂ ਕਰੀਏ, ਇਸ ਸੰਬੰਧ ਦੇ ਵਿੱਚ ਸਿੱਖ ਭਾਈਚਾਰੇ ਨੇ ਗੰਭੀਰ ਚਿੰਤਨ ਸ਼ੁਰੂ ਨਹੀਂ ਕੀਤਾ। ਇਹਦੀ ਇੱਕੋ ਹੀ ਮਿਸਾਲ ਹੈ ਕਿ ਗਲੋਬਲਾਈਜੇਸ਼ਨ ਨੂੰ ਅਸੀਂ ਪੰਜਾਬੀ ਦੇ ਵਿੱਚ ਕੀ ਕਹੀਏ। 3 ਸੰਕਲਪ ਜਾਂ 3 ਸ਼ਬਦ ਪ੍ਰਚਲਿਤ ਨੇ। ਆਮ ਤੌਰ 'ਤੇ ਜਿਹੜਾ ਜ਼ਿਆਦਾ ਪ੍ਰਚਲਿਤ ਸ਼ਬਦ ਹੈ ਉਹ ਹੈਗਾ ਵਿਸ਼ਵੀਕਰਨ। ਜੇ ਅਸੀਂ ਵਿਸ਼ਵੀਕਰਨ ਦਾ ਰੂਟ ਦੇਖੀਏ ਕਿ ਇਹਦੀ ਉਤਪਤੀ ਕਿੱਥੋਂ ਹੋਈ ਹੈ ਤਾਂ ਫਿਰ ਵਿਸ਼ਵੀਕਰਨ ਸਾਨੂੰ ਯੂਨੀਵਰਸਲਾਈਜੇਸ਼ਨ ਵੱਲ ਨੂੰ ਲੈ ਜਾਂਦਾ ਹੈ। ਦੂਸਰੇ ਬੰਦੇ ਕਹਿੰਦੇ ਕਿ ਨਹੀਂ, ਕਿਉਂਕਿ ਗਲੋਬ ਇੱਕ ਧਰਤੀ ਨੂੰ ਰੀਪ੍ਰਜੈਂਟ ਕਰਦਾ ਹੈ, ਇਸ ਕਰਕੇ ਇਹਦੇ ਲਈ ਸ਼ਬਦ ਢੁਕਵਾਂ ਵਿਸ਼ਵੀਕਰਨ ਨਹੀਂ ਹੈ, ਇਹਨੂੰ
ਭੂ-ਮੰਡਲੀਕਰਨ ਕਹਿਣਾ ਚਾਹੀਦਾ। ਤੀਸਰੇ ਕਹਿੰਦੇ ਵੀ ਨਹੀਂ, ਅਸਲ ਦੇ ਵਿੱਚ ਗਲੋਬਲਾਈਜੇਸ਼ਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਇਹਦਾ ਸਾਡੇ ਮਨ ਦੇ ਵਿੱਚ ਵਿਜ਼ਨ ਬਣਦਾ ਵਰਲਡ, ਭਾਵ ਸੰਸਾਰ, ਇਹਨੂੰ ਸੰਸਾਰੀਕਰਨ ਕਹਿਣਾ ਚਾਹੀਦਾ। ਗਲੋਬਲਾਈਜੇਸ਼ਨ ਨੂੰ ਸੰਸਾਰੀਕਰਨ ਕਿਹਾ ਜਾਵੇ, ਭੂ-ਮੰਡਲੀਕਰਨ ਕਿਹਾ ਜਾਵੇ ਜਾਂ ਵਿਸ਼ਵੀਕਰਨ ਕਿਹਾ ਜਾਵੇ, ਗੱਲ ਇੱਕੋ ਹੀ ਹੈ ਕਿ ਅਸੀਂ ਇਸ ਸ਼ਬਦ ਤੋਂ ਗਾਂਹ ਚੱਲੀਏ ਕਿ ਇਹ ਅਸਲ ਦੇ ਵਿੱਚ ਪ੍ਰਕਿਰਿਆ ਕੀ ਹੈ, ਕਿੱਥੋਂ ਸ਼ੁਰੂ ਹੋਈ, ਜਾਂ ਵੱਖ-ਵੱਖ ਕੌਮਾਂ ਦੇ, ਭਾਈਚਾਰਿਆਂ ਦੇ, ਧਰਮਾਂ ਦੇ ਮਨੁੱਖ ਹੁਣ ਗਲੋਬਲਾਈਜੇਸ਼ਨ ਦੀ ਜਕੜ ਦੇ ਵਿੱਚ ਆ ਚੁੱਕੇ ਨੇ ਅਤੇ ਇਹਦੇ ਨਾਲ ਉਹਨਾਂ ਦਾ ਧਾਰਮਿਕ ਜੀਵਨ ਕਿਸ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ, ਜਾਂ ਵੱਖ-ਵੱਖ ਭਾਈਚਾਰਿਆਂ ਦੇ ਧਰਮ ਨੂੰ ਗਲੋਬਲਾਈਜੇਸ਼ਨ ਨੇ ਕਿਹੜੀਆਂ ਚੁਣੌਤੀਆਂ ਪੈਦਾ ਕੀਤੀਆਂ ਨੇ। ਜਦੋਂ ਅਸੀਂ ਇਸ ਪਾਸੇ ਵੱਲ ਜਾਂਦੇ ਹਾਂ ਤਾਂ ਬਹੁਤ ਨਮੋਸ਼ੀ ਕਹਿ ਲਓ ਜਾਂ ਨਿਰਾਸ਼ਤਾ ਪੱਲੇ ਪੈਂਦੀ ਹੈ ਕਿ ਗਲੋਬਲਾਈਜੇਸ਼ਨ ਬੇਸ਼ੱਕ ਇੱਕ ਗਲੋਬਲ ਮਾਰਕੀਟ ਦੇ ਨਾਲ ਜੁੜਿਆ ਹੋਇਆ ਸੰਕਲਪ ਹੈ, ਜਾਂ ਸਮੁੱਚੀ ਵਿਸ਼ਵ ਨੂੰ ਇੱਕ ਪੂੰਜੀ ਦੀ ਇੱਕ ਗਲੋਬਲ ਮੰਡੀ ਦੇ ਵਿੱਚ ਕਨਵਰਟ ਕਰਦਾ ਗਲੋਬਲਾਈਜੇਸ਼ਨ ਦਾ ਜਿਹੜਾ ਅਮਲ ਹੈ, ਪਰੰਤੂ ਨਾਲ ਦੀ ਨਾਲ ਇਹ ਸਾਰੇ ਅਮਲ ਦੇ ਵਿੱਚ ਪਿਛਲੇ ਸਮੇਂ ਤੋਂ ਧਰਮ ਅਤੇ ਧਰਮ ਦੇ ਚਿੰਨ੍ਹ ਜਾਂ ਧਰਮ ਦੇ ਜਿਹੜੇ ਡਿਸਕੋਰਸ ਨੇ ਗਲੋਬਲਾਈਜੇਸ਼ਨ ਦੀ ਪ੍ਰਕਿਰਿਆ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਸ਼ਾਮਲ ਹੁੰਦੇ ਆਏ ਨੇ, ਪਰੰਤੂ ਧਰਮ ਨਾਲ ਸੰਬੰਧਿਤ ਵਿਦਵਾਨਾਂ ਨੇ, ਖਾਸ ਕਰਕੇ ਸਮਾਜਿਕ ਵਿਗਿਆਨੀਆਂ ਨੇ ਗਲੋਬਲਾਈਜੇਸ਼ਨ ਅਤੇ ਧਰਮ ਦੇ ਅੰਤਰ ਸੰਬੰਧਾਂ 'ਤੇ ਬਹੁਤ ਘੱਟ ਖੋਜ ਕੀਤੀ ਹੈ। ਹਾਂ, ਜਿੰਨੀਆਂ ਕੁ ਕੁਝ ਰਿਸਰਚ ਪੇਪਰ ਜਿਹੜੇ ਰੀਸੈਂਟ ਰਿਲੀਜੀਅਸ ਸਟੱਡੀ ਨਾਲ ਸੰਬੰਧਿਤ ਜਰਨਲ ਦੇ ਵਿੱਚ ਪਬਲਿਸ਼ ਹੋਏ ਨੇ, ਉਹਨਾਂ ਦੇ ਵਿੱਚੋਂ ਧਰਮ ਦੇ ਖਿਲਾਫ, ਜਾਂ ਆਪਾਂ ਕਹੀਏ ਕਿ ਧਾਰਮਿਕ ਲਹਿਰਾਂ ਦੇ ਖਿਲਾਫ ਇੱਕ ਖਾਸ ਕਿਸਮ ਦੇ ਉਦੇਸ਼ ਦੇ ਨਾਲ ਕੁਝ ਰਿਸਰਚ ਪੇਪਰ ਪਬਲਿਸ਼ ਹੋਏ ਨੇ, ਜਿਸ ਤਰ੍ਹਾਂ ਕਿ ਜਿਹੜੀਆਂ ਧਾਰਮਿਕ ਮੂਵਮੈਂਟਸ ਨੇ ਉਹਨਾਂ ਦੇ ਬਾਰੇ ਇੱਦਾਂ ਦੀ ਸਟੱਡੀ ਆਈ ਹੈ ਕਿ ਗਲੋਬਲਾਈਜੇਸ਼ਨ ਦੇ ਨਾਲ ਜਿਹੜੇ ਭਾਈਚਾਰੇ, ਇੱਕ ਧਰਮ ਦੇ ਲੋਕ ਦੂਸਰੇ ਖਿੱਤੇ ਦੇ ਵਿੱਚ ਰਹਿੰਦੇ ਨੇ, ਉਹ ਵੱਖ-ਵੱਖ ਰਿਲੀਜੀਅਸ ਮੂਵਮੈਂਟਸ ਨੂੰ ਕਿਸ ਤਰ੍ਹਾਂ ਫੰਡਿੰਗ ਕਰਦੇ ਨੇ, ਜਾਂ ਫਿਰ ਵੱਖ-ਵੱਖ ਧਾਰਮਿਕ ਲਹਿਰਾਂ ਨੂੰ ਗਲੋਬਲ ਪੱਧਰ 'ਤੇ ਵੱਖ-ਵੱਖ ਮੁਲਕਾਂ ਦੇ ਵਿੱਚ ਰਹਿੰਦੇ ਉਹਨਾਂ ਦਾ ਜਿਹੜਾ ਡਾਇਸਪੋਰਾ ਹੈ ਜਾਂ ਪ੍ਰਵਾਸੀ ਲੋਕ ਨੇ, ਉਹ ਕਿਸ ਤਰ੍ਹਾਂ ਹੱਲਾਸ਼ੇਰੀ ਦਿੰਦੇ ਨੇ। ਇਸ ਪੱਖ ਤੋਂ ਕੁਝ ਸਟੱਡੀ ਸਾਡੇ ਸਾਹਮਣੇ ਆਈਆਂ ਨੇ, ਪਰੰਤੂ ਜਿਸ ਕਿਸਮ ਦਾ ਇਹ ਸਾਰਾ ਇੱਕ ਅਮਲ ਹੈ, ਇਸ ਅਮਲ ਨੂੰ ਆਪਣੇ ਮਨ ਦੇ ਵਿੱਚ ਸੋਚ ਕੇ ਜਾਂ ਇਸ 'ਤੇ ਪੂਰੀ ਤਰ੍ਹਾਂ ਚਿੰਤਨ ਕਰਕੇ ਸਾਡੇ ਕੋਲ ਅਧਿਐਨ ਜਾਂ ਸਟੱਡੀਜ਼ ਬਹੁਤ ਘੱਟ ਹੋਈਆਂ ਨੇ। ਇਹਦੇ ਬਾਰੇ ਗੱਲ ਅਸੀਂ 3 ਹਿੱਸਿਆਂ ਦੇ ਵਿੱਚ, ਜਿਸ ਤਰ੍ਹਾਂ ਮੈਂ ਗੱਲ ਕਰ ਰਿਹਾ ਸੀਗਾ ਕਿ ਇਹਦੇ ਦੂਜੇ ਹਿੱਸੇ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਗਲੋਬਲਾਈਜੇਸ਼ਨ ਦਾ ਜਿਹੜਾ ਅਮਲ ਹੈ ਇਹ ਹੈ ਕੀ, ਕਿੱਥੋਂ ਸ਼ੁਰੂ ਹੋਇਆ, ਇਹਦਾ ਇਤਿਹਾਸ ਕੀ ਹੈ, ਅਤੇ ਇਸ ਤੋਂ ਬਾਅਦ ਦੇ ਵਿੱਚ ਫਿਰ ਅਸੀਂ ਇਹਦੇ ਧਰਮ ਨਾਲ ਅੰਤਰ ਸੰਬੰਧ, ਅਖੀਰ ਦੇ ਵਿੱਚ ਕਿ ਇਹਦਾ ਸਾਰੇ ਅਮਲ ਦਾ ਸਿੱਖਾਂ ਦੇ ਉੱਤੇ ਕੀ ਪ੍ਰਭਾਵ ਪੈ ਰਿਹਾ ਹੈ। ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਹਾਂ ਕਿ ਅੱਜ ਗਲੋਬਲਾਈਜੇਸ਼ਨ ਦੇ ਪ੍ਰਭਾਵ ਤੋਂ ਦੁਨੀਆ ਦਾ ਕੋਈ ਵੀ ਹਿੱਸਾ ਜਾਂ ਧਰਤੀ ਦਾ ਕੋਈ ਭਾਗ ਅਣਭਿੱਜ ਨਹੀਂ ਰਿਹਾ। ਕਿਸੇ ਖੇਤਰ ਦੇ ਵਿੱਚ ਇਹ ਪ੍ਰਭਾਵ ਘੱਟ ਜਾਂ ਵੱਧ ਹੋ ਸਕਦਾ ਹੈ। ਦੂਸਰੀ ਸੱਚਾਈ ਇਹ ਹੈ ਕਿ ਗਲੋਬਲਾਈਜੇਸ਼ਨ ਨੇ ਮਨੁੱਖੀ ਜੀਵਨ ਦੇ ਵਿੱਚ, ਖਾਸ ਕਰਕੇ ਸੱਭਿਆਚਾਰਕ ਖੇਤਰ ਵਿੱਚ ਵੀ ਬਹੁਤ ਤਿੱਖੀਆਂ, ਵੱਡੀਆਂ, ਤੇਜ਼ ਤਬਦੀਲੀਆਂ ਨੂੰ ਜਨਮ ਦਿੱਤਾ ਹੈ। ਤਬਦੀਲੀਆਂ ਦੇ ਇਸ ਦੌਰ ਵਿੱਚ ਵੱਖ-ਵੱਖ ਧਰਮਾਂ ਦੇ ਲੋਕ, ਉਹਨਾਂ ਦੇ ਸਾਹਮਣੇ ਜਿਹੜੀਆਂ ਤਬਦੀਲੀਆਂ ਵਾਪਰ ਰਹੀਆਂ ਨੇ, ਧਰਮ ਦੇ ਸਾਹਮਣੇ ਜਿਹੜੇ ਨਵੇਂ ਮਸਲੇ ਪੈਦਾ ਹੋ ਰਹੇ ਹਨ, ਉਹਨਾਂ ਦੇ ਬਦਲ ਲਈ ਵੱਖ-ਵੱਖ ਧਰਮਾਂ ਦੇ ਚਿੰਤਕ
ਇਹਨਾਂ ਸਵਾਲਾਂ ਨੂੰ ਕਿਸ ਤਰ੍ਹਾਂ ਐਡਰੈਸ ਹੁੰਦੇ ਨੇ ਜਾਂ ਹੋਣਗੇ, ਜਾਂ ਕਿਹੜਾ ਧਾਰਮਿਕ ਭਾਈਚਾਰਾ ਇਹਨਾਂ ਪੈਦਾ ਹੋ ਰਹੀਆਂ ਸਮੱਸਿਆਵਾਂ ਅਤੇ ਚੁਣੌਤੀਆਂ ਦਾ ਬਦਲ ਪੇਸ਼ ਕਰਨ ਦੇ ਵਿੱਚ ਅੱਗੇ ਆਏਗਾ। ਇਸ ਗੱਲ 'ਤੇ ਨਿਰਭਰ ਕਰੇਗਾ ਕਿ ਧਰਮਾਂ ਦਾ ਭਵਿੱਖ ਉਸ ਰਹੇ ਨਵੇਂ ਵਿਸ਼ਵ ਵਿੱਚ ਕਿੱਦਾਂ ਦਾ ਹੋਏਗਾ। ਇਸ ਗੱਲ ਨੂੰ ਜੇ ਆਪਾਂ ਸੌਖੇ ਤਰੀਕੇ ਦੇ ਨਾਲ ਕਹਿਣਾ ਹੋਵੇ ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਨਵੇਂ ਮਸਲਿਆਂ ਨੂੰ ਵਿਸ਼ਵ ਪੱਧਰ ਦੇ ਮਸਲਿਆਂ ਦੇ ਪ੍ਰਸੰਗ ਵਿੱਚ ਸਮਝਣ ਦੇ ਲਈ ਹੁਣ ਦਬਾਅ ਪੈਦਾ ਹੋ ਰਿਹਾ ਹੈ। ਇਸ ਦਬਾਅ ਵਿੱਚ ਤਕਰੀਬਨ ਹਰ ਵੱਡੇ ਜਾਂ ਛੋਟੇ ਧਾਰਮਿਕ ਸਮੂਹ ਅਜੋਕੇ ਮਸਲਿਆਂ ਦਾ ਹੱਲ ਲੱਭਣ ਲਈ ਆਪੋ ਆਪਣੇ ਪੱਧਰ 'ਤੇ ਯਤਨ ਕਰ ਰਹੇ ਹਨ। ਜਦੋਂ ਅਸੀਂ ਮਸਲਿਆਂ ਦੀ ਗੱਲ ਕਰਦੇ ਹਾਂ ਕਿ ਬਹੁਤ ਸਾਰੇ ਵਿਸ਼ਵ ਪੱਧਰੀ ਮਸਲੇ ਅਜਿਹੇ ਨੇ ਜਿਨ੍ਹਾਂ ਦੇ ਪੈਦਾ ਹੋਣ ਦੇ ਵਿੱਚ ਧਰਮ ਦਾ ਕੋਈ ਰੋਲ ਜਾਂ ਯੋਗਦਾਨ ਨਹੀਂ ਹੈ, ਫਿਰ ਵੀ ਇਹ ਉਮੀਦ ਕੀਤੀ ਜਾਂਦੀ ਹੈ ਕਿ ਧਾਰਮਿਕ ਭਾਈਚਾਰੇ ਦੇ ਲੋਕ ਉਹਨਾਂ ਮਸਲਿਆਂ ਦਾ ਧਾਰਮਿਕ ਦ੍ਰਿਸ਼ਟੀ ਤੋਂ ਜੇਕਰ ਹੱਲ ਪੇਸ਼ ਕਰਨਗੇ ਤਾਂ ਫਿਰ ਉਹ ਧਰਮ ਸਰਵਾਈਵ ਕਰ ਸਕੇਗਾ। ਜਿਹੜੇ ਧਰਮ ਵਿਸ਼ਵ ਪੱਧਰੀ ਮਸਲਿਆਂ ਦਾ ਕੋਈ ਬਦਲ ਭਾਵ ਢੁਕਵਾਂ ਅਲਟਰਨੇਟਿਵ ਪੇਸ਼ ਕਰਨ ਦੇ ਵਿੱਚ ਨਾਕਾਮਯਾਬ ਹੋ ਜਾਣਗੇ, ਉਹ ਆਉਣ ਵਾਲੇ ਸਮੇਂ ਦੇ ਵਿੱਚ ਉੱਭਰ ਰਹੇ ਵਿਸ਼ਵ ਪੱਧਰੇ ਸੱਭਿਆਚਾਰ ਦੇ ਵਿੱਚੋਂ ਉਹ ਧਾਰਮਿਕ ਭਾਈਚਾਰੇ ਪਛੜ ਜਾਣਗੇ। ਇਹ ਗਲੋਬਲਾਈਜੇਸ਼ਨ ਦਾ ਜਿਹੜਾ ਅਮਲ ਹੈ, ਆਪਾਂ ਇਹਦੇ ਬਾਰੇ ਗੱਲ ਕਰ ਰਹੇ ਸੀਗਾ ਕਿ ਇਹਦੇ ਬਾਰੇ ਅੱਜ ਸਮਾਜਿਕ ਵਿਗਿਆਨਾਂ ਸੋਸ਼ਲ ਸਾਇੰਸ ਦੇ ਵਿੱਚ ਇਹ ਕੰਸੈਪਟ ਅਤੇ ਇਹਦਾ ਸਿਧਾਂਤ ਜਾਂ ਇਹ ਫਿਰ ਤਬਦੀਲੀ ਦੀ ਜੋ ਪ੍ਰਕਿਰਿਆ ਹੈ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਹ ਪ੍ਰਕਿਰਿਆ ਦਾ ਆਰੰਭ ਭਾਵੇਂ 15ਵੀਂ ਸਦੀ ਤੋਂ ਸ਼ੁਰੂ ਹੋਇਆ, ਬਾਅਦ ਦੇ ਵਿੱਚ ਬਸਤੀਵਾਦ ਜਾਂ ਬਸਤੀਵਾਦ ਦੇ ਨਾਲ ਦੁਨੀਆ ਨੂੰ ਆਪਣੇ ਕਬਜ਼ੇ ਦੇ ਵਿੱਚ ਕਰਨ ਦੇ ਲਈ 2 ਵਿਸ਼ਵ ਯੁੱਧਾਂ ਦਾ ਸਾਹਮਣਾ ਵੀ ਕਰਨਾ ਪਿਆ ਅਤੇ ਵਿਸ਼ਵ ਯੁੱਧਾਂ ਦੇ ਖਾਤਮੇ ਤੋਂ ਬਾਅਦ ਖਾਸ ਕਰਕੇ ਦੂਸਰੇ ਸੰਸਾਰ ਜੰਗ ਤੋਂ ਬਾਅਦ ਬਸਤੀਵਾਦ ਨੇ ਆਪਣਾ ਨਵਾਂ ਰੂਪ ਧਾਰਨ ਕੀਤਾ, ਜਿਸ ਨੂੰ ਅਸੀਂ ਨਵ ਬਸਤੀਵਾਦ ਕਹਿੰਦੇ ਹਾਂ। ਕਿ ਨਵੇਂ ਬਸਤੀਵਾਦ ਦੇ ਵਿੱਚ ਜੋ ਤਬਦੀਲੀ ਆਈ ਕਿ ਬਹੁ ਕੌਮੀ ਕਾਰਪੋਰੇਸ਼ਨਾਂ ਦਾ ਯੋਗਦਾਨ ਜਾਂ ਵਿਸ਼ਵ ਪੱਧਰੀ ਸਰਮਾਏ ਦਾ ਆਦਾਨ ਪ੍ਰਦਾਨ ਵਿਸ਼ਵ ਦੀ ਇੱਕ ਹਕੀਕਤ ਬਣ ਗਿਆ। ਜਿੱਥੇ ਇਹ ਆਰਥਿਕ ਖੇਤਰ ਦੇ ਵਿੱਚ ਤਬਦੀਲੀਆਂ ਆ ਰਹੀਆਂ ਸੀ, ਉਸੇ ਸਮੇਂ ਖਾਸ ਕਰਕੇ ਪਿਛਲੀ ਸਦੀ ਦੇ ਅੰਤਲੇ ਦਹਾਕਿਆਂ ਦੇ ਵਿੱਚ ਵਿਸ਼ਵ ਪੱਧਰ ਦਾ ਜਿਹੜਾ ਰਾਜਨੀਤਿਕ ਪ੍ਰਬੰਧ ਹੈ ਉਹਦੇ ਵਿੱਚ ਵੀ ਇੱਕ ਬਹੁਤ ਵੱਡੀ ਤਬਦੀਲੀ ਆਈ। ਤਬਦੀਲੀ ਇਹ ਆਈ ਕਿ ਪਹਿਲਾਂ ਵਿਸ਼ਵ ਦੇ ਵਿੱਚ 2 ਗੁੱਟ, ਇੱਕ ਪਾਸੇ ਪੂੰਜੀਵਾਦ, ਦੂਸਰੇ ਪਾਸੇ ਸਮਾਜਵਾਦ। ਸਮਾਜਵਾਦੀ ਤੰਤਰ ਦਾ ਢਹਿ ਢੇਰੀ ਹੋਣਾ ਜਾਂ ਸਮਾਜਵਾਦੀ ਪ੍ਰਬੰਧਾਂ ਦੇ ਵਿੱਚ ਪੂੰਜੀਵਾਦੀ ਪ੍ਰਬੰਧਾਂ ਦੀ ਦਖਲ ਜਾਂ ਪੂੰਜੀਵਾਦ ਦੀ ਪੈਦਾਵਾਰ ਦੇ ਢੰਗ ਨੂੰ ਅਪਣਾ ਲੈਣ ਦੇ ਨਾਲ ਵਿਸ਼ਵ ਪੱਧਰ 'ਤੇ ਜਿਹੜਾ ਇੱਕ ਸੱਜੇ ਅਤੇ ਖੱਬੇ ਦਾ, ਲੈਫਟ ਅਤੇ ਰਾਈਟ ਦਾ ਇੱਕ ਟਕਰਾਅ ਚੱਲਦਾ ਸੀਗਾ, ਉਹ ਵਿਸ਼ਵ ਪੱਧਰੀ ਟਕਰਾਅ ਦੇ ਵਿੱਚ 1990 ਤੋਂ ਬਾਅਦ ਇਹ ਖਾਤਮਾ ਹੋ ਜਾਂਦਾ ਅਤੇ ਉਸੇ ਸਮੇਂ ਫੂਕੂਯਾਮਾ ਇੱਕ ਨਵੀਂ ਟਰਮ ਦਿੰਦਾ ਕਿ ਐਂਡ ਆਫ ਹਿਸਟਰੀ, ਅਤੇ ਐਂਡ ਆਫ ਹਿਸਟਰੀ ਦੇ ਨਾਲ ਹੀ ਇੱਕ ਨਵਾਂ ਕੰਸੈਪਟ ਗਲੋਬਲ ਵਿਲੇਜ ਸਾਹਮਣੇ ਆਉਂਦਾ ਕਿ ਗਲੋਬਲ ਵਿਲੇਜ ਦਾ ਮਤਲਬ ਕਿ ਹੁਣ ਸਾਰਾ ਸੰਸਾਰ ਇੱਕ ਪਿੰਡ ਦੀ ਤਰ੍ਹਾਂ ਬਣ ਗਿਆ। ਸੰਸਾਰ ਪੱਧਰ 'ਤੇ ਲੋਕਾਂ ਦਾ ਆਪਸ ਵਿੱਚ ਆਦਾਨ ਪ੍ਰਦਾਨ ਨਾ ਕੇਵਲ ਸੰਚਾਰ ਦੇ ਪੱਖੋਂ, ਤਕਨਾਲੋਜੀ ਦੇ ਪੱਖ ਤੋਂ, ਬਲਕਿ ਸਰਮਾਇਆ ਜਾਂ ਫਿਰ ਜਿਹੜੇ ਉਹਨਾਂ ਦੇ ਧਾਰਮਿਕ ਚਿੰਨ੍ਹਾਂ ਦਾ ਵੀ ਆਪਸ ਵਿੱਚ ਆਦਾਨ ਪ੍ਰਦਾਨ ਇਸ ਦੇ ਦੌਰ ਦੇ ਵਿੱਚ ਸ਼ੁਰੂ ਹੋ ਜਾਂਦਾ। ਅਤੇ ਇਹ ਜਿਹੜੀ ਪ੍ਰਕਿਰਿਆ ਹੈ ਕਿ ਆਪਸੀ ਆਦਾਨ ਪ੍ਰਦਾਨ ਨੇ, ਇਹ ਕਿੱਥੋਂ ਸ਼ੁਰੂ ਹੋਈ? ਇਹਦੇ ਸ਼ੁਰੂ ਹੋਣ ਦੀ ਬੁਨਿਆਦ ਤਾਂ ਹੈਗੀ ਗਲੋਬਲ ਮਾਰਕੀਟ। ਵਿਲਿਸਟਾਈਨ ਨੇ ਇੱਕ ਆਪਣਾ ਥੀਸਿਸ ਦੇ ਵਿੱਚ ਕਿਹਾ ਕਿ ਜਿਹੜਾ ਗਲੋਬਲਾਈਜੇਸ਼ਨ ਹੈ ਇਹਨੂੰ ਅਸੀਂ ਆਧੁਨਿਕ ਵਿਸ਼ਵ
ਅਰਥ ਵਿਵਸਥਾ ਦੇ ਨਾਲ ਜਾਣ ਸਕਦੇ ਹਾਂ। ਗਲੋਬਲਾਈਜੇਸ਼ਨ ਦਾ ਇੱਕ ਜਿਹੜਾ ਅਮਲ ਚੱਲਿਆ, ਇਸ ਅਮਲ ਨੇ ਸਮਾਜ ਵਿਗਿਆਨੀਆਂ ਦੇ ਲਈ, ਪੋਲੀਟੀਸ਼ੀਅਨ ਦੇ ਲਈ, ਇਸੇ ਤਰ੍ਹਾਂ ਵੱਖ-ਵੱਖ ਜਿਹੜੇ ਕਲਚਰ ਸਟੱਡੀ ਦੇ ਵਿੱਚ ਲੱਗੇ ਵਿਦਵਾਨ ਨੇ, ਉਹਨਾਂ ਦੇ ਸਾਹਮਣੇ ਬੜੇ ਨਵੇਂ ਸਵਾਲ ਪੈਦਾ ਕੀਤੇ ਨੇ। ਅਤੇ ਇਸੇ ਕਰਕੇ ਇਸ ਨੂੰ ਹਰ ਡਿਸਿਪਲਿਨ ਦੇ ਵਿਦਵਾਨ ਆਪਣਾ ਆਪਣੇ ਤਰੀਕੇ ਦੇ ਨਾਲ ਡਿਫਾਈਨ ਕਰਦੇ ਨੇ, ਪਰਿਭਾਸ਼ਿਤ ਕਰਦੇ ਨੇ। ਜਿੱਦਾਂ ਆਪਾਂ ਗੱਲ ਕਰੀਏ ਕਿ ਇਹਦਾ ਮੁੱਖ ਲੱਛਣ ਕੀ ਹੈ ਗਲੋਬਲਾਈਜੇਸ਼ਨ ਦਾ, ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹੜੀ ਹਾਇਰ ਸਟੇਜ ਆਫ ਗਲੋਬਲਾਈਜੇਸ਼ਨ ਦੇ ਵਿੱਚ ਸੰਚਾਰ ਤਕਨੀਕ ਦੀ ਮਦਦ ਦੇ ਨਾਲ ਸਥਾਨ ਦਾ ਸੁੰਗੜਨਾ ਅਤੇ ਗਿਆਨ ਦਾ ਫਲੋ ਵਿਸ਼ਵੀਕਰਨ ਦੇ ਪ੍ਰਮੁੱਖ ਲੱਛਣ ਮੰਨੇ ਜਾ ਸਕਦੇ ਨੇ। ਗਿਡਨਸ ਨੇ ਵੱਖ-ਵੱਖ ਮੁਲਕਾਂ ਵਿੱਚ ਸੱਭਿਆਚਾਰਕ ਅਤੇ ਆਰਥਿਕ ਆਦਾਨ ਪ੍ਰਦਾਨ ਨੂੰ ਵਿਸ਼ਵੀਕਰਨ ਦੇ ਸੂਚਕ ਵਜੋਂ ਵੇਖਿਆ ਹੈ। ਉਹ ਲਿਖਦਾ ਹੈ ਕਿ ਜਿਹੜੀ ਵਿਸ਼ਵ ਪੂੰਜੀਵਾਦੀ ਅਰਥ ਵਿਵਸਥਾ ਹੈ, ਕੌਮੀ ਰਾਜ ਪ੍ਰਬੰਧ, ਵਿਸ਼ਵ ਫੌਜੀ ਵਿਵਸਥਾ ਅਤੇ ਅੰਤਰਰਾਸ਼ਟਰੀ ਕਿਰਤ ਵੰਡ ਆਦਿ ਵਿਸ਼ਵੀਕਰਨ ਦੀਆਂ 4 ਪ੍ਰਮੁੱਖ ਦਿਸ਼ਾਵਾਂ ਹਨ। ਇਸੇ ਤਰ੍ਹਾਂ ਬੇਅਰ ਨੇ ਵਿਸ਼ਵੀਕਰਨ ਦੀ ਪ੍ਰਕਿਰਿਆ ਵਿੱਚ ਬਹੁਤੀ ਪੂੰਜੀ, ਜ਼ਿਆਦਾ ਪ੍ਰਭਾਵਸ਼ਾਲੀ ਰਾਜਨੀਤਿਕ ਸ਼ਕਤੀ ਅਤੇ ਵੱਧ ਵਿਕਸਿਤ ਤਕਨੀਕੀ ਵਿਗਿਆਨ, ਖਾਸ ਕਰਕੇ ਸੰਚਾਰੀਕਰਨ ਨੇ ਭੂਗੋਲਿਕ ਹੱਦਾਂ ਨੂੰ ਤੋੜ ਦਿੱਤਾ ਹੈ। ਰੌਬਿਨਸਟਨ ਨੇ ਵਿਸ਼ਵੀਕਰਨ ਨੂੰ ਸਮੁੱਚੇ ਵਿਸ਼ਵ ਦੇ ਇੱਕ ਥਾਂ 'ਤੇ ਆ ਜਾਣ ਦੇ ਰੂਪ ਦੇ ਵਿੱਚ ਪਰਿਭਾਸ਼ਿਤ ਕੀਤਾ ਹੈ। ਇਸੇ ਤਰ੍ਹਾਂ ਵਿਸ਼ਵੀਕਰਨ ਤੋਂ ਭਾਵ, ਜੇ ਅਸੀਂ ਇੱਕ ਕੋਸ਼ ਦੀ ਗੱਲ ਕਰੀਏ ਤਾਂ ਇਹਦੇ ਕੋਸ਼ਾਗਤ ਅਰਥ ਨੇ ਕਿ ਵਿਸ਼ਵੀਕਰਨ ਤੋਂ ਭਾਵ ਵਸਤਾਂ, ਪੂੰਜੀ, ਮਨੁੱਖੀ ਕਿਰਤ ਅਤੇ ਬਿੰਬਾਂ ਦਾ ਵਿਸ਼ਵ ਵਿਆਪੀ ਹੋ ਜਾਣਾ। ਇਹਦੇ ਨਾਲ ਦੀ ਨਾਲ ਵਿਸ਼ਵੀਕਰਨ ਇੱਕ ਅਜਿਹੀ ਪ੍ਰਕਿਰਿਆ ਹੈ ਜਿਹਨੇ ਕੌਮੀ ਸਰਮਾਏ ਦੀਆਂ ਹੱਦਾਂ ਨੂੰ ਉਲੰਘ ਕੇ ਇੱਕ ਵਿਸ਼ਵ ਪੱਧਰੇ ਸਰਮਾਏ, ਤਕਨੀਕ, ਸੂਚਨਾ, ਗਿਆਨ ਸੇਵਾਵਾਂ ਅਤੇ ਕਿਰਤ ਦਾ ਆਦਾਨ ਪ੍ਰਦਾਨ ਇੱਕ ਹਕੀਕਤ ਬਣਾ ਦਿੱਤਾ ਹੈ। ਇਸ ਲੋੜ ਵਿੱਚੋਂ ਅੰਤਰਰਾਸ਼ਟਰੀ ਸੰਸਥਾਵਾਂ ਜਿਵੇਂ ਵਿਸ਼ਵ ਵਪਾਰ ਸੰਸਥਾ WTO, ਅੰਤਰਰਾਸ਼ਟਰੀ ਮੁਦਰਾ ਫੰਡ IMF ਅਤੇ ਵਰਲਡ ਹੈਲਥ ਆਰਗੇਨਾਈਜੇਸ਼ਨ ਆਦਿ ਦਾ ਮਹੱਤਵ ਇਸ ਦੌਰ ਦੇ ਵਿੱਚ ਵਧਿਆ। ਅਤੇ ਜੇ ਵਿਸ਼ਵੀਕਰਨ ਨੂੰ ਸਾਰ ਰੂਪ ਦੇ ਵਿੱਚ ਆਪਾਂ ਪਰਿਭਾਸ਼ਿਤ ਕਰਨਾ ਹੋਵੇ ਤਾਂ ਮੈਂ ਕਹਾਂਗਾ ਕਿ ਇੱਕ ਜਿਹੜਾ ਅੰਗਰੇਜ਼ੀ ਦਾ ਇੱਕ ਅੱਖਰ ਹੈ ਜਿਹਨੂੰ ਅਸੀਂ ਟੀ ਦੇ ਤੌਰ 'ਤੇ ਪਰਿਭਾਸ਼ਿਤ ਕਰ ਸਕਦੇ ਹਾਂ ਕਿ ਟੀ ਦਾ ਮਤਲਬ, ਜਿਸ ਤਰ੍ਹਾਂ 2 ਰੇਖਾਵਾਂ ਤੋਂ ਟੀ ਬਣਦੀ ਹੈ, ਜਿਹੜੀ ਟੀ ਦੇ ਵਿੱਚ 2 ਪੁਆਇੰਟ ਇੱਕ ਕੇਂਦਰ ਦੇ ਵਿੱਚ ਮਿਲਦੇ ਨੇ, ਇੱਕ ਪਾਸੇ ਸੱਜਾ ਅਤੇ ਖੱਬਾ। ਸੱਜੇ ਅਤੇ ਖੱਬੇ ਦੇ ਵਿੱਚ ਹੁਣ ਗਲੋਬਲਾਈਜੇਸ਼ਨ ਦੇ ਇਸ ਦੌਰ ਦੇ ਵਿੱਚ ਉਹ ਅੰਤਰ ਨਹੀਂ ਰਿਹਾ। ਜਿਹੜੀ ਡੰਡੀ ਉਹਦੇ ਨੀਚੇ ਵੱਲ ਨੂੰ ਆਉਂਦੀ ਹੈ, ਇਹ ਲੋਕ ਨੇ ਜਾਂ ਇੱਕ ਪ੍ਰਕਿਰਿਆ ਦਾ ਅਮਲ ਹੈ। ਇੱਕ ਟੀ ਪੁਆਇੰਟ 'ਤੇ ਜਾ ਕੇ ਇੱਕ ਰਸਤਾ ਬਲੌਕ ਹੋ ਜਾਂਦਾ, ਅੱਗੇ ਲੰਘਣ ਨੂੰ ਰਸਤਾ ਨਹੀਂ ਹੈ। ਕਹਿਣ ਦਾ ਭਾਵ ਕਿ ਇਸ ਗਲੋਬਲਾਈਜੇਸ਼ਨ ਨੇ ਜਿਹੜੀ ਇੱਕ ਧਰਤੀ ਦੇ ਉੱਤੇ, ਗਲੋਬ ਦੇ ਉੱਤੇ ਇੱਕ ਟੀ ਬਣਾਈ ਹੈ, ਇਸ ਟੀ ਪੁਆਇੰਟ ਦੇ ਨਾਲ ਜਾਂ ਇਸ ਟੀ ਕਨੈਕਸ਼ਨ ਦੇ ਨਾਲ ਸਾਰਾ ਅਸੀਂ ਇਹ ਅਮਲ ਸਮਝ ਸਕਦੇ ਹਾਂ। ਅਸੀਂ ਗਲੋਬ ਦੇ ਨਾਲ ਟੀ ਸ਼ਬਦ ਨੂੰ ਇਸ ਤਰ੍ਹਾਂ ਵੀ ਪਰਿਭਾਸ਼ਿਤ ਕਰ ਸਕਦੇ ਹਾਂ, ਜਿਸ ਤਰ੍ਹਾਂ ਅਸੀਂ ਕਹੀਏ ਕਿ ਜਿਹੜੀ ਇਹ ਗਲੋਬਲਾਈਜੇਸ਼ਨ ਹੈ, ਇਹ ਮੁੱਖ ਤੌਰ 'ਤੇ ਕੀ ਪੈਦਾ ਕਰਦੀ ਹੈ? ਗਲੋਬਲ ਟਰੇਡ, ਗਲੋਬਲ ਟੈਕਨੋਲੋਜੀ ਟਰਾਂਸਫਰਮੇਸ਼ਨ, ਗਲੋਬਲ ਟੂਰਿਜ਼ਮ ਅਤੇ ਨਾਲ ਦੀ ਨਾਲ ਗਲੋਬਲ ਟੈਰਰਿਜ਼ਮ। ਗਲੋਬਲ, ਜਦੋਂ ਅਸੀਂ ਟੈਰਰਿਜ਼ਮ ਦੀ ਗੱਲ ਕਰਦੇ ਹਾਂ ਕਿ ਵਿਸ਼ਵ ਪੱਧਰਾ ਆਤੰਕ, ਹੁਣ ਵੱਖ-ਵੱਖ ਖਿੱਤਿਆਂ ਦੇ ਵਿੱਚ ਰਹਿੰਦੇ ਲੋਕ ਇੱਕ ਵਿਸ਼ਵ ਪੱਧਰੇ ਆਤੰਕ ਦੇ ਵਿੱਚ ਜਿਉਂਦੇ ਨੇ। ਇਹ ਆਤੰਕ
ਗਲੋਬਲ ਪੱਧਰੀਆਂ ਬਿਮਾਰੀਆਂ ਦਾ ਵੀ ਹੋ ਸਕਦਾ ਹੈ, ਗਲੋਬਲ ਸਤ੍ਹਾ ਦਾ ਵੀ ਹੈ, ਗਲੋਬਲ ਪੱਧਰੇ ਇੱਕ ਮਿਲਟਰੀ ਸਿਸਟਮ ਦਾ ਆਤੰਕ ਵੀ ਹੈ, ਇੱਕ ਗਲੋਬਲ ਸਰਮਾਏ ਦਾ ਆਤੰਕ ਹੈ ਅਤੇ ਗਲੋਬਲ ਮਾਰਕੀਟ ਦਾ ਆਤੰਕ ਹੈ। ਗਲੋਬਲ ਮਾਰਕੀਟ ਨੇ ਮਨੁੱਖ ਨੂੰ ਅੱਗੇ ਇਸ ਤਰ੍ਹਾਂ ਦਾ ਬਣਾਉਣਾ ਸ਼ੁਰੂ ਕਰ ਦਿੱਤਾ ਕਿ ਵਿਸ਼ਵ ਪੱਧਰੀਆਂ ਬਿਮਾਰੀਆਂ ਅਤੇ ਵਿਸ਼ਵ ਪੱਧਰੀਆਂ ਬਿਮਾਰੀਆਂ ਦਾ ਵੀ ਵਿਸ਼ਵ ਪੱਧਰਾ ਸਮਾਧਾਨ। ਜਦੋਂ ਅਸੀਂ ਵਿਸ਼ਵ ਪੱਧਰੇ ਸਮਾਧਾਨ ਦੀ ਗੱਲ ਕਰਦੇ ਹਾਂ ਤਾਂ ਇਹਨਾਂ ਬਿਮਾਰੀਆਂ ਦੇ ਇਲਾਜ ਦੇ ਲਈ ਵਿਸ਼ਵ ਪੱਧਰੀ ਰਿਸਰਚ ਜਾਂ ਮੈਡੀਸਨ ਦਾ ਆਪਸ ਦੇ ਵਿੱਚ ਆਦਾਨ ਪ੍ਰਦਾਨ ਇੱਕ ਗਲੋਬਲ ਹਕੀਕਤ ਬਣ ਗਿਆ। ਇਸ ਹਕੀਕਤ ਦੇ ਵਿੱਚ ਧਰਮ ਦੀ ਪਲੇਸ ਕੀ ਹੈ? ਜਦੋਂ ਅਸੀਂ ਧਰਮ ਦੀ ਪਲੇਸ ਦੀ ਗੱਲ ਕਰਦੇ ਹਾਂ ਤਾਂ ਸੁਭਾਵਿਕ ਹੈ ਕਿ ਇਹ ਗਲੋਬਲ ਫੋਰਸਿਸ ਜਿਨ੍ਹਾਂ ਦੇ ਵਿੱਚ ਅਸੀਂ ਪਿੱਛੇ ਗੱਲ ਕਰ ਰਹੇ ਹਾਂ ਕਿ ਗਲੋਬਲ ਕੈਪੀਟਲ, ਗਲੋਬਲ ਪੋਲੀਟਿਕਸ, ਰਿਲੀਜਨ ਨੂੰ ਗਲੋਬਲਾਈਜ਼ ਕਰਨ ਦੀ ਗੱਲ ਕਰਦੀ ਹੈ। ਭਾਵ ਧਰਮ ਦੇ ਜਿਹੜੇ ਮੁੱਦੇ ਨੇ ਉਹਨਾਂ ਨੂੰ ਪੂਰੇ ਵਿਸ਼ਵ ਦੇ ਪੱਧਰ 'ਤੇ ਜਿਹੜੇ ਜਿਸ ਤਰ੍ਹਾਂ SP ਸਟਿੰਗਟਨ ਦੀ ਜਿਹੜੀ ਕਿਤਾਬ ਹੈ ਉਹਨੇ ਆਪਣਾ ਇਹ ਥੀਸਿਸ ਦਿੱਤਾ ਸੀਗਾ ਕਿ ਪਿਛਲੇ ਜਿਹੜੇ ਯੁੱਧ ਹੋਏ ਨੇ ਉਹ ਸਰਮਾਏ ਨੂੰ ਲੈ ਕੇ ਹੋਏ ਸੀਗੇ, ਪਰੰਤੂ ਜਿਹੜਾ ਹੁਣ ਯੁੱਧ ਹੋਣਾ ਉਹ ਸਿਵਲਾਈਜੇਸ਼ਨ ਦੇ ਵਿੱਚ ਹੋਏਗਾ। ਅਤੇ ਵਿਸ਼ਵੀਕਰਨ ਦੀ ਇਸ ਪ੍ਰਕਿਰਿਆ ਦੇ ਨਾਲ ਵਿਚਾਰਾਂ ਦੇ ਆਦਾਨ ਪ੍ਰਦਾਨ, ਇਸੇ ਤਰ੍ਹਾਂ ਵੱਖ-ਵੱਖ ਵਸਤਾਂ ਦਾ ਵਿਸ਼ਵ ਪੱਧਰੀ ਮਾਰਕੀਟ ਦੇ ਵਿੱਚ ਆਦਾਨ ਪ੍ਰਦਾਨ, ਸੱਭਿਆਚਾਰਕ ਪ੍ਰਤੀਕਾਂ ਦਾ, ਪਹਿਰਾਵਾ, ਖਾਣਾ ਜਾਂ ਭਾਸ਼ਾਵਾਂ ਦਾ ਆਪਸ ਦੇ ਵਿੱਚ ਆਦਾਨ ਪ੍ਰਦਾਨ। ਕਹਿਣ ਦਾ ਮਤਲਬ ਕਿ ਜੀਵਨ ਦਾ ਹੁਣ ਕੋਈ ਵੀ ਪੱਖ ਅਜਿਹਾ ਨਹੀਂ ਬਚਿਆ ਜਿਹੜਾ ਵਿਸ਼ਵ ਪੱਧਰੇ ਇਸ ਸੰਪਰਕ ਤੋਂ ਵੱਖਰਾ ਹੋਵੇ। ਜੇ ਸਾਰ ਰੂਪ ਦੇ ਵਿੱਚ ਗੱਲ ਕਰਨੀ ਹੋਵੇ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਅੱਜ ਜਿਹੜਾ ਪੂਰਾ ਵਿਸ਼ਵ ਇੱਕ ਜੰਕਸ਼ਨ ਦਾ ਰੂਪ ਧਾਰ ਚੁੱਕਿਆ ਹੈ। ਇਸ ਜੰਕਸ਼ਨ ਦੇ ਵਿੱਚ ਇੱਕ ਬਹੁਪੱਖੀ, ਜਿਹਨੂੰ ਅਸੀਂ ਕਹਿ ਕੇ ਮਲਟੀ ਜਾਂ ਪੋਲੀਸੈਂਟਰਿਕ ਵਰਲਡ ਦੀ ਇੱਕ ਸਿਰਜਣਾ ਹੋ ਰਹੀ ਹੈ। ਇਹਦੇ 'ਚ ਮੁੱਖ ਗੱਲ ਹੈ ਕਿ ਵਿਸ਼ਵ ਪੱਧਰ ਦਾ ਜੋ ਸੰਵਾਦ ਹੈ ਜਾਂ ਵਿਸ਼ਵ ਮਾਰਕੀਟ ਦੇ ਦਬਾਅ ਦੁਨੀਆ ਭਰ ਦੇ ਲੋਕਾਂ ਨੂੰ ਉਹਨਾਂ ਦੇ ਤੰਗ ਦਾਇਰਿਆਂ ਦੇ ਵਿੱਚੋਂ ਬਾਹਰ ਕੱਢ ਰਹੇ ਨੇ। ਵਿਸ਼ਵ ਪੱਧਰ 'ਤੇ ਸੱਭਿਆਚਾਰਾਂ ਦਾ ਫੈਲਾਅ ਅਤੇ ਵਿਸ਼ਵ ਦਾ ਸੰਚਾਰਕ ਪੱਖ ਤੋਂ ਛੋਟਾ ਹੋ ਜਾਣਾ ਦੋਵੇਂ ਆਪਸ ਵਿੱਚ ਟਕਰਾਉਂਦੇ ਵਰਤਾਰੇ ਨੇ। ਇਸ ਕਰਕੇ ਵਿਸ਼ਵੀ ਅੰਤਰਕਿਰਿਆ ਧਰਮ ਨੂੰ ਅਨੇਕਾਂ ਪੱਖਾਂ ਤੋਂ ਪ੍ਰਭਾਵਿਤ ਕਰ ਰਹੀ ਹੈ। ਜਦੋਂ ਅਸੀਂ ਗੱਲ ਕਰਦੇ ਹਾਂ ਧਰਮ ਦਾ ਇੱਥੇ ਭਾਵ ਕਿਸੇ ਇੱਕ ਵਿਸ਼ੇਸ਼ ਧਰਮ ਤੋਂ ਨਹੀਂ ਹੈ। ਦੁਨੀਆ ਦੇ ਵਿੱਚ ਜਿੰਨੇ ਵੀ ਵੱਡੇ ਛੋਟੇ ਨਵੇਂ ਪੁਰਾਣੇ ਧਾਰਮਿਕ ਭਾਈਚਾਰਿਆਂ ਦੇ ਲੋਕ ਨੇ ਹੁਣ ਇਸ ਵਿਸ਼ਵ ਅੰਤਰਕਿਰਿਆ ਦੇ ਵਿੱਚ ਆਪਣੇ ਆਪ ਨੂੰ ਸ਼ਾਮਲ ਕਰ ਰਹੇ ਨੇ। ਅਤੇ ਜਦੋਂ ਇਹ ਗੱਲ ਕਰਦੇ ਹਾਂ ਕਿ ਅਨੇਕਾਂ ਪੱਖਾਂ ਤੋਂ ਪ੍ਰਭਾਵਿਤ ਕਰਦੀ ਹੈ ਤਾਂ ਇਹਨਾਂ ਪੱਖਾਂ ਨੂੰ ਅਸੀਂ ਇਸ ਤਰ੍ਹਾਂ ਵੀ ਦੇਖ ਸਕਦੇ ਹਾਂ ਕਿ ਧਾਰਮਿਕ ਜਿਹੜੇ ਰਿਚੁਅਲਸ ਨੇ ਜਾਂ ਧਰਮ ਵਿਸ਼ਵਾਸ ਬਲੀਫ ਸਿਸਟਮ ਕਿਸ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ। ਪੁਰਾਣੇ ਸਮੇਂ ਦੇ ਵਿੱਚ ਗਲੋਬਲਾਈਜੇਸ਼ਨ ਤੋਂ ਪਹਿਲਾਂ ਰਿਲੀਜੀਅਸ ਕਮਿਊਨਿਟੀਜ਼ ਆਪਣੇ ਇੱਕ ਕਲੋਜ਼ ਜਾਂ ਫਿਰ ਧਰਤੀ ਦੇ ਇੱਕ ਦਾਇਰੇ ਦੇ ਵਿੱਚ ਰਹਿੰਦੀਆਂ ਸੀ। ਹੁਣ ਉਹ ਹੱਦਾਂ ਜਿਹੜੀਆਂ ਪੁਰਾਣੇ ਸਮੇਂ ਦੇ ਵਿੱਚ ਧਾਰਮਿਕ ਤੌਰ 'ਤੇ ਬਣੀਆਂ ਸੀ, ਬਾਅਦ ਦੇ ਵਿੱਚ ਇਹਨਾਂ ਹੱਦਾਂ ਦਾ ਕੌਮੀ ਜਨ ਸਮੂਹਾਂ ਨੇ ਥਾਂ ਲਿਆ। ਰਾਸ਼ਟਰੀ ਜਾਂ ਨੈਸ਼ਨਲ ਲੈਵਲ ਦੀਆਂ ਹੱਦਾਂ ਕ੍ਰੀਏਟ ਕੀਤੀਆਂ ਗਈਆਂ। ਜਦੋਂ ਆਪਾਂ ਪਿੱਛੇ ਗੱਲ ਕਰ ਚੁੱਕੇ ਹਾਂ ਕਿ ਬਸਤੀਵਾਦ ਦੇ ਨਾਲ ਇੱਕ ਨੇਸ਼ਨ ਦਾ ਕੰਸੈਪਟ ਪੂਰੇ ਜ਼ੋਰ ਦੇ ਨਾਲ ਦੁਨੀਆ ਪੱਧਰ 'ਤੇ ਬਹੁਤ ਜ਼ੋਰ ਦੇ ਨਾਲ, ਬਹੁਤ ਪ੍ਰਭਾਵ ਦੇ ਨਾਲ ਅੱਗੇ ਆਇਆ। ਇਸ ਨੈਸ਼ਨਲ ਆਈਡੈਂਟਿਟੀ ਦੇ ਨਾਲ
ਦੁਨੀਆ ਨੂੰ, ਧਰਤੀ ਨੂੰ, ਇਹ ਗਲੋਬ ਨੂੰ ਵੱਖ-ਵੱਖ ਪੋਲੀਟੀਕਲ ਬਾਉਂਡਰੀ ਦੇ ਵਿੱਚ ਡਿਵਾਈਡ ਕੀਤਾ ਗਿਆ। ਅੱਜ ਗਲੋਬਲਾਈਜੇਸ਼ਨ ਦੀ ਪ੍ਰਕਿਰਿਆ ਦੇ ਨਾਲ ਕੌਮੀ ਗਣਰਾਜਾਂ ਦੀਆਂ ਨਿਰਧਾਰਿਤ ਕੀਤੀਆਂ ਹੱਦਾਂ ਕੁਛ ਹੱਦ ਤੱਕ ਉਹਨਾਂ ਦਾ ਜਿਹੜਾ ਮਹੱਤਵ ਹੈ ਉਹ ਘਟਦਾ ਜਾ ਰਿਹਾ ਹੈ। ਅੱਜ ਕੋਈ ਵੀ ਗਣਰਾਜ ਆਪਣੇ ਏਰੀਏ ਦੇ ਵਿੱਚ ਜੋ ਲੋਕਾਂ ਦੇ ਉੱਤੇ ਰਿਸਟ੍ਰਿਕਸ਼ਨਸ ਲਗਾਉਂਦਾ ਹੈ ਤਾਂ ਗਲੋਬਲ ਲੈਵਲ ਦੇ ਕਮਿਊਨੀਕੇਸ਼ਨ ਦੇ ਵਿੱਚ ਉਹਨਾਂ ਦੀਆਂ ਉਹ ਰੋਕਾਂ ਆਪਣੇ ਆਪ ਦੇ ਵਿੱਚ ਇਰੈਲੀਵੈਂਟ ਹੋ ਜਾਂਦੀਆਂ ਨੇ। ਭਾਵ ਕਿ ਹੁਣ ਤੁਸੀਂ ਕਿਸੇ ਵੀ ਧਾਰਮਿਕ ਭਾਈਚਾਰੇ ਨੂੰ, ਭਾਵੇਂ ਉਹ ਛੋਟਾ ਜਾਂ ਵੱਡਾ ਹੈ, ਉਹਦੇ ਵਿਚਾਰਾਂ ਨੂੰ ਦੁਨੀਆ ਤੱਕ ਫੈਲਣ ਤੋਂ ਰੋਕ ਨਹੀਂ ਸਕਦੇ। ਇੱਕ ਸਮਾਂ ਸੀ, ਜਿੱਦਾਂ ਆਪਾਂ ਸਿੱਖਾਂ ਦੀ ਗੱਲ ਕਰਦੇ ਹਾਂ, ਧਰਮ ਯੁੱਧ ਮੋਰਚੇ ਦੇ ਵਿੱਚ ਸਿੱਖ ਇਹ ਪ੍ਰਮੁੱਖ ਮੰਗ ਕਰ ਰਹੇ ਸੀ ਕਿ ਗੁਰਬਾਣੀ ਦਾ ਕੀਰਤਨ ਦਰਬਾਰ ਸਾਹਿਬ ਤੋਂ ਕਰਨ ਦੀ ਜੋ ਪ੍ਰਥਾ ਹੈ ਇਹਨੂੰ ਆਲ ਇੰਡੀਆ ਰੇਡੀਓ ਦੇ ਉੱਤੋਂ ਟੈਲੀਕਾਸਟ ਕੀਤਾ ਜਾਵੇ। ਪਰੰਤੂ ਸਿੱਖਾਂ ਦੀ ਇਹ ਮੰਗ ਉਦੋਂ ਨਹੀਂ ਮੰਨੀ ਗਈ ਸੀ। ਜਦੋਂ 1984 ਦੇ ਵਿੱਚ ਦਰਬਾਰ ਸਾਹਿਬ 'ਤੇ ਹਮਲਾ ਹੋਇਆ, ਉਸ ਤੋਂ ਬਾਅਦ ਰੇਡੀਓ ਦੇ ਉੱਤੋਂ ਗੁਰਬਾਣੀ ਕੀਰਤਨ ਸ਼ੁਰੂ ਹੋਇਆ। ਫਿਰ ਇਹ ਗੱਲ ਚੱਲੀ ਜਦੋਂ ਸਮਾਜ ਸੁਧਾਰ ਲਹਿਰ ਸੀ, ਉਦੋਂ ਇਹ ਮੰਗ ਉਠਾਈ ਗਈ ਸੀ ਕਿ ਟੀਵੀ ਦੇ ਅਨਾਉਂਸਰ ਸਤਿ ਸ੍ਰੀ ਅਕਾਲ ਬੋਲਣ, ਪਰੰਤੂ ਇਹ ਵੀ ਗੱਲ ਉਦੋਂ ਮੰਨੀ ਨਹੀਂ ਗਈ। ਅੱਜ ਅਸੀਂ ਦੇਖਦੇ ਹਾਂ ਕਿ ਵਿਸ਼ਵੀਕਰਨ ਦੇ ਇਸ ਦੌਰ ਦੇ ਵਿੱਚ ਦੁਨੀਆ ਪੱਧਰ 'ਤੇ ਇਕੱਲੇ ਸਿੱਖਾਂ ਦੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ, ਇੱਕ ਅਸੀਂ ਉੱਦਾਂ ਚੈਨਲ ਦੀ ਗੱਲ ਕਰਦੇ ਹਾਂ ਜਾਂ YouTube ਚੈਨਲ, ਬਹੁਤ ਵੱਡੀ ਗਿਣਤੀ ਦੇ ਵਿੱਚ ਇਹ ਮੌਕਾ ਮਿਲ ਗਿਆ ਲੋਕਾਂ ਨੂੰ ਆਪਣੀ ਗੱਲ ਕਰਨ ਦਾ। ਅੱਜ ਅਸੀਂ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਬੈਠੇ ਹੋਈਏ, ਜੇਕਰ ਅਸੀਂ ਸਿੱਖੀ ਦੀ ਜਾਂ ਸਿੱਖ ਧਰਮ ਦੀ ਗੱਲ ਕਰਨੀ ਹੈ ਤਾਂ ਅਸੀਂ ਕਰ ਸਕਦੇ ਹਾਂ। ਇਸੇ ਤਰ੍ਹਾਂ ਕ੍ਰਿਸਚੈਨਿਟੀ ਦੀ ਐਗਜ਼ਾਮਪਲ ਲੈ ਲਓ, ਜੂਡਾਇਜ਼ਮ ਦੀ ਗੱਲ ਕਰ ਲਓ, ਜਾਂ ਫਿਰ ਹਿੰਦੂਇਜ਼ਮ ਦੀ ਗੱਲ ਕਰ ਲਈਏ, ਬੁੱਧਿਜ਼ਮ ਹੈ, ਜੈਨਿਜ਼ਮ ਹੈ, ਹਰ ਧਰਮ ਦੇ, ਇੱਥੋਂ ਤੱਕ ਕਿ ਪਹਿਲਾਂ ਇਹ ਕਿਹਾ ਜਾਂਦਾ ਸੀਗਾ ਕਿ ਕੋਈ ਵੀ ਜਿਹੜਾ ਸੈਕੂਲਰ ਮੁਲਕ ਹੈ ਉਹਦੇ ਵਿੱਚ ਧਰਮ ਦੇ ਨਾਂ 'ਤੇ ਚੈਨਲ ਨਹੀਂ ਹੋਏਗਾ। ਪਰੰਤੂ ਲਿਬਰਲਾਈਜੇਸ਼ਨ ਦੀਆਂ ਪਾਲਿਸੀਆਂ ਇਕੱਲੀਆਂ ਇਕਨੋਮਿਕ ਖੇਤਰ ਦੇ ਵਿੱਚ ਨਹੀਂ, ਇਹਨੇ ਪੋਲੀਟੀਕਲ ਜਾਂ ਫਿਰ ਕਲਚਰ ਖੇਤਰ ਦੇ ਵਿੱਚ, ਧਾਰਮਿਕ ਪੱਧਰ 'ਤੇ ਅੱਜ ਅਸੀਂ ਦੇਖਦੇ ਹਾਂ ਕਿ ਵੱਖ-ਵੱਖ ਧਰਮਾਂ ਦੇ ਆਪਣੇ ਜਿਹੜੇ ਟੀਵੀ ਚੈਨਲ ਚੱਲ ਰਹੇ ਨੇ। ਹੁਣ ਮਸਲਾ ਕੇਵਲ ਆਵਾਜ਼ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਨਹੀਂ ਹੈ। ਗਲੋਬਲ ਪੱਧਰੇ ਮਾਰਕੀਟ ਦੇ ਵਿੱਚ ਜਿਹੜਾ ਸੰਵਾਦ ਹੋ ਰਿਹਾ, ਉਸ ਸੰਵਾਦ ਦੇ ਵਿੱਚ ਜਿਹੜੇ ਇੰਟਰਵੀਨ ਕਰ ਰਹੇ ਨੇ, ਭਾਵ ਜਿਹੜੇ ਸ਼ਮੂਲੀਅਤ ਕਰ ਰਹੇ ਨੇ, ਉਹਨਾਂ ਦਾ ਜਿਹੜਾ ਕੰਟੈਂਟ ਹੈ, ਭਾਵ ਉਹ ਗੱਲ ਦੁਨੀਆ ਨੂੰ ਜੋ ਦੱਸ ਰਹੇ ਨੇ, ਕੀ ਉਹ ਗੱਲ ਦੁਨੀਆ ਦੇ ਕੰਮ ਦੀ ਹੈ ਜਾਂ ਨਹੀਂ। ਇਸ ਪੱਧਰ ਦੇ ਜਿਹੜੇ ਗਲੋਬਲ ਕੰਪੀਟੀਸ਼ਨ ਦੇ ਵਿੱਚ ਵੱਖ-ਵੱਖ ਧਰਮਾਂ ਨੂੰ, ਉਹਨਾਂ ਦੇ ਭਾਈਚਾਰਿਆਂ ਨੂੰ ਲਿਆ ਕੇ ਖੜਾ ਕਰ ਦਿੱਤਾ ਇਸ ਪ੍ਰਕਿਰਿਆ ਨੇ। ਇਹਨੂੰ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜੇ ਵੱਖ-ਵੱਖ ਧਾਰਮਿਕ ਭਾਈਚਾਰੇ ਨੇ, ਉਹਨਾਂ ਨੂੰ ਉਹਨਾਂ ਦੇ ਬੰਦ, ਕਲੋਜ਼ਡ ਸੱਭਿਆਚਾਰਕ ਸੰਸਾਰ ਵਿੱਚੋਂ ਕੱਢ ਕੇ ਖੁੱਲ੍ਹੇ, ਓਪਨ ਸੱਭਿਆਚਾਰਕ ਸੰਸਾਰ ਨਾਲ ਜੋੜ ਦਿੱਤਾ ਇਸ ਅਮਲ ਨੇ। ਇਸ ਅਮਲ ਦੇ ਵਿੱਚ ਇੱਕ ਗੱਲ ਹੋਰ ਜਿਹੜੀ ਵੱਖ-ਵੱਖ ਵਿਦਵਾਨ ਇਸ ਗੱਲ ਨੂੰ ਨੋਟ ਕਰਦੇ ਨੇ ਕਿ ਹੁਣ ਹਰ ਧਾਰਮਿਕ ਭਾਈਚਾਰੇ ਨੂੰ, ਭਾਵੇਂ ਉਹ ਛੋਟਾ ਜਾਂ ਵੱਡਾ ਹੈ, ਗਿਣਤੀ ਕੋਈ ਮੈਟਰ ਨਹੀਂ ਕਰਦੀ, ਸਭ ਦੇ ਲਈ ਜੋ ਟੈਕਨੋਲੋਜੀ ਗਲੋਬਲ ਲੈਵਲ 'ਤੇ ਇੰਟਰੈਕਟ ਕਰ ਰਹੀ ਹੈ, ਇਸ ਇੰਟਰੈਕਸ਼ਨ ਦੇ ਵਿੱਚ ਹਰ ਇੱਕ ਨੂੰ ਓਪਨ ਸਪੇਸ ਮਿਲ ਰਹੀ ਹੈ। ਇਸ ਮਿਲ ਰਹੀ ਓਪਨ ਸਪੇਸ ਨੂੰ ਲੋਕਾਂ ਨੇ ਧਾਰਮਿਕ ਪੱਧਰ 'ਤੇ ਕਿਵੇਂ ਯੂਟੀਲਾਈਜ਼ ਕਰਨਾ, ਇਹ ਇੱਕ ਸਾਰੇ ਧਰਮਾਂ ਦੇ ਵੱਖ-ਵੱਖ ਪ੍ਰਚਾਰਕਾਂ ਦੇ ਲਈ ਇੱਕ ਚੁਣੌਤੀ ਹੈ। ਜਦੋਂ ਮੈਂ ਇਹ ਗੱਲ ਕਰ ਰਿਹਾ ਕਿ ਪ੍ਰਚਾਰਕਾਂ ਦੇ ਲਈ ਚੁਣੌਤੀ ਹੈ, ਤਾਂ ਸੁਭਾਵਿਕ ਹੀ ਇਹ ਮਸਲਾ ਦੁਨੀਆ ਪੱਧਰ ਦੇ ਵਿਭਿੰਨ ਧਰਮਾਂ ਦੇ ਪ੍ਰਚਾਰਕਾਂ ਦੇ ਸਾਹਮਣੇ ਹੈ ਕਿ ਹੁਣ ਉਹਨਾਂ ਦੀ ਜਿਹੜੀ ਪੁਰਾਣੀ ਵਿਆਖਿਆ ਭਾਵ ਜਦੋਂ ਉਹ ਧਰਮ ਨੂੰ ਇੱਕ ਖਿੱਤੇ ਦੇ ਕੇਂਦਰ ਵਿੱਚ ਰੱਖ ਕੇ ਡਿਫਾਈਨ ਕਰਦੇ ਸੀ, ਹੁਣ ਕੇਂਦਰ ਬਦਲ ਗਿਆ। ਕੇਂਦਰ ਭਾਵ
ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕਰਦੇ ਸੀ, ਕੇਂਦਰ ਹੁਣ ਪੋਲੀਸੈਂਟਰਿਕ ਹੋ ਗਿਆ। ਪੋਲੀਸੈਂਟਰਿਕ ਕੇਂਦਰ ਦੇ ਵਿੱਚ ਰੱਖ ਕੇ ਜਦੋਂ ਤੁਸੀਂ ਆਪਣੀ ਗੱਲ ਕਰੋਗੇ ਤਾਂ ਸੁਭਾਵਿਕ ਹੈ ਧਰਮ ਦੀ ਤੁਹਾਨੂੰ ਨਵੀਂ ਭਾਵ ਅੱਜ ਦੀਆਂ ਪਰਿਸਥਿਤੀਆਂ ਦੇ ਮੁਤਾਬਕ ਵਿਆਖਿਆ ਕਰਨੀ ਪਏਗੀ। ਅਤੇ ਇਸ ਵਿਆਖਿਆ ਦੇ ਲਈ ਜਿੱਥੇ ਪ੍ਰਚਾਰਕਾਂ ਨੂੰ ਆਪਣੇ ਧਰਮ ਦਾ ਗਿਆਨ ਹਾਸਲ ਕਰਨਾ ਪਏਗਾ, ਉੱਥੇ ਨਾਲ ਦੀ ਨਾਲ ਉਹਨੂੰ ਹੋਰਨਾਂ ਧਰਮਾਂ ਦਾ ਗਿਆਨ ਵੀ ਹਾਸਲ ਕਰਨਾ ਪਏਗਾ। ਇਹ ਇਸ ਕਰਕੇ ਵੀ ਜ਼ਰੂਰੀ ਹੈ ਕਿ ਗਲੋਬਲਾਈਜੇਸ਼ਨ ਦੇ ਇਸ ਦੌਰ ਦੇ ਵਿੱਚ ਆਬਾਦੀ ਦਾ ਆਦਾਨ ਪ੍ਰਦਾਨ ਹੋ ਰਿਹਾ ਹੈ। ਇਸ ਆਦਾਨ ਪ੍ਰਦਾਨ ਦੇ ਵਿੱਚ ਜਿਹੜੇ ਲੋਕਾਂ ਦਾ ਇੱਕ ਰਹਿਣ ਦਾ ਜਿਹੜਾ ਏਰੀਆ ਉਹ ਇੱਕ ਮਲਟੀ ਕਲਚਰਲ ਹੋ ਗਿਆ, ਭਾਵ ਕਿ ਮਲਟੀ ਕਲਚਰਲ ਸੁਸਾਇਟੀ ਦੇ ਵਿੱਚ ਸਾਡੀ ਆਪਣੀ ਐਗਜ਼ਿਸਟੈਂਸ ਦੂਸਰਿਆਂ ਦੇ ਨਾਲ ਇੱਕ ਚੰਗੇ ਸੰਬੰਧ ਬਣਾ ਕੇ ਹੀ ਕਾਇਮ ਹੋ ਸਕਦੀ ਹੈ। ਇਹਦੇ ਲਈ ਫਿਰ ਵੱਖ-ਵੱਖ ਧਰਮਾਂ ਦੇ ਲੋਕਾਂ ਨੂੰ ਆਪਣੇ ਜਿਹੜੇ ਕਲੋਜ਼ਡ ਦਾਇਰਿਆਂ ਦੇ ਵਿੱਚੋਂ ਨਿਕਲ ਕੇ, ਭਾਵ ਉਸ ਰਹੇ ਨਵੇਂ ਸੱਭਿਆਚਾਰਕ ਸੰਸਾਰ ਵਿੱਚ ਵੱਖ-ਵੱਖ ਧਰਮਾਂ ਦੇ ਲੋਕਾਂ ਅਤੇ ਵਿਸ਼ਵ ਵਿਆਪੀ ਅਧਿਆਤਮਿਕਤਾ ਵਿੱਚ ਦਖਲ ਹੋਣ ਜਾਂ ਇਸ ਦਾ ਪ੍ਰਭਾਵ ਕਬੂਲਣ ਦੇ ਲਈ ਦਬਾਅ ਪੈ ਰਹੇ ਹਨ, ਜਿਸ ਦੇ ਸਨਮੁਖ ਧਰਮ ਦੀ ਵਿਆਖਿਆ ਦੇ ਵਿੱਚ ਬਦਲਾਅ ਆਉਣੇ ਸੁਭਾਵਿਕ ਹਨ। ਇਹਨਾਂ ਸੰਭਾਵਨਾ ਨੂੰ ਇੱਕ ਧਰਮ ਦੇ ਲੋਕ ਜਾਂ ਵੱਖ-ਵੱਖ ਧਰਮਾਂ ਦੇ ਲੋਕ ਕਿਵੇਂ ਵਰਤਦੇ ਨੇ, ਇਹ ਉਹਨਾਂ ਦੇ ਧਰਮ ਦੇ ਜੋ ਸੰਦੇਸ਼ ਨੇ ਉਹਨਾਂ ਦੇ ਧਰਮ ਗ੍ਰੰਥਾਂ ਦੇ ਵਿੱਚ ਇਹ 'ਤੇ ਵੀ ਮੁਨਸਰ ਕਰਦਾ ਕਿ ਕੀ ਉਹ ਆਪਣੇ ਧਰਮ ਦੀ ਨਵੀਂ ਵਿਆਖਿਆ ਕਰਨ ਦੇ ਸਮਰੱਥ ਹਨ ਜਾਂ ਨਹੀਂ। ਧਰਮ ਦੀ ਨਵੀਂ ਅਤੇ ਤਾਜ਼ੀ ਵਿਆਖਿਆ ਲਈ ਹੁਣ ਵੱਖ-ਵੱਖ ਧਰਮਾਂ ਨੂੰ ਆਪਣਾ ਪੱਖ ਪੇਸ਼ ਕਰਨ ਦੇ ਲਈ ਵਿਸ਼ਵ ਪੱਧਰ 'ਤੇ ਮੌਕਾ ਮਿਲ ਰਿਹਾ ਹੈ। ਇਸ ਖੁੱਲ੍ਹੀ ਜਗ੍ਹਾ ਅਤੇ ਮੌਕੇ ਨੂੰ ਯੂਟੀਲਾਈਜ਼ ਕਰਨ ਦੇ ਲਈ ਹਰ ਧਰਮ ਦੇ ਲੋਕ ਹੁਣ ਦੁਨੀਆ ਦੇ ਸਾਹਮਣੇ, ਭਾਵ ਦੁਨੀਆ ਪੱਧਰ ਦੇ ਇੰਟਰੈਕਸ਼ਨ ਦੇ ਵਿੱਚ ਸ਼ਾਮਲ ਹੋ ਕੇ ਵੱਖ-ਵੱਖ ਧਰਮਾਂ ਦੇ ਲੋਕ ਇੱਕ ਦੂਜੇ ਨੂੰ ਸਮਝਣ ਦੇ ਲਈ ਨੇੜੇ ਵੀ ਆ ਰਹੇ ਨੇ, ਅਤੇ ਨੇੜੇ ਆਉਣ ਦੇ ਨਾਲ ਨਾਲ ਨਵੇਂ ਸਮਾਜ ਦੇ ਲਈ ਨਵੀਂ ਵਿਸ਼ਵ ਪੱਧਰ ਦੀ ਜਿਹੜੀ ਸਪਿਰਚੁਅਲਿਟੀ ਹੈ ਇਹਦੀ ਗੱਲ ਸ਼ੁਰੂ ਹੋ ਰਹੀ ਹੈ। ਇੱਥੇ ਗੱਲ ਸਾਨੂੰ ਹੋਰ ਵੀ ਧਿਆਨ ਮੰਗਦੀ ਹੈ, ਖਾਸ ਕਰਕੇ ਸਿੱਖਾਂ ਦੇ ਲਈ। ਜਦੋਂ ਸਿੱਖਾਂ ਦੇ ਕੋਲ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਂ 'ਤੇ ਗੁਰਬਾਣੀ ਦਾ, ਸ਼ਬਦ ਗੁਰੂ ਦਾ ਇੱਕ ਬਹੁਪੱਖੀ ਬ੍ਰਹਿਮੰਡੀ ਕਿਸਮ ਦਾ ਫਲਸਫਾ ਹੈ, ਇਸ ਫਲਸਫੇ ਨੂੰ ਜੇਕਰ ਅਸੀਂ ਦੁਨੀਆ ਨੂੰ ਉਹਨਾਂ ਦੀ ਭਾਸ਼ਾ ਦੇ ਵਿੱਚ ਜਾਂ ਜਿਸ ਸੰਵਾਦ ਦੇ ਵਿੱਚ ਦੁਨੀਆ ਪਈ ਹੋਈ ਹੈ ਉਸ ਲੈਵਲ ਦੇ ਸੰਵਾਦ ਦੇ ਵਿੱਚ ਅਸੀਂ ਮੈਸੇਜ ਲੈ ਕੇ ਜਾਵਾਂਗੇ, ਤਦ ਸਾਡੇ ਲੋਕ ਗੱਲ ਸਮਝਣਗੇ। ਵਿਸ਼ਵ ਪੱਧਰ 'ਤੇ ਇੱਕ ਵਿਸ਼ਵ ਲੈਵਲ ਦੀ, ਗਲੋਬਲ ਲੈਵਲ ਦੀ ਸਪਿਰਚੁਅਲਿਟੀ ਪੈਦਾ ਹੋ ਰਹੀ ਹੈ। ਇਸ ਗਲੋਬਲ ਸਪਿਰਚੁਅਲਿਟੀ ਦੇ ਵਿੱਚ ਇਹ ਨਹੀਂ ਕਿ ਲੋਕ ਆਪਣਾ ਧਰਮ ਛੱਡ ਕੇ ਕਿਸੇ ਹੋਰ ਧਰਮ ਨੂੰ ਅਪਣਾ ਰਹੇ ਨੇ। ਹੁਣ ਇੱਦਾਂ ਦੇ ਮੌਕੇ ਮਿਲ ਰਹੇ ਨੇ ਕਿ ਜਿਹੜੇ ਇੱਕ ਧਰਮ ਦੇ ਜਿਹੜੇ ਚੰਗੇ ਪੱਖ ਨੇ, ਦੂਸਰੇ ਧਰਮ ਦੇ ਲੋਕ ਵੀ ਉਹਨਾਂ ਨੂੰ ਅਪਣਾਉਣ ਦੇ ਲਈ ਤਿਆਰ ਨੇ। ਇਹਦੀਆਂ ਕੁਝ ਮਿਸਾਲਾਂ ਵੀ ਸਾਡੇ ਸਾਹਮਣੇ ਨੇ ਕਿ ਗੁਰਬਾਣੀ ਕੀਰਤਨ ਨੂੰ ਦੂਸਰੇ ਧਰਮਾਂ ਦੇ ਲੋਕ ਆਪਣੇ ਮਨ ਦੀ ਸ਼ਾਂਤੀ ਦੇ ਲਈ ਜਾਂ ਆਪਣੇ ਦੁੱਖਾਂ ਦੀ ਨਿਵਰਤੀ ਦੇ ਲਈ ਜਾਂ ਫਿਰ ਆਪਣੇ ਆਪ ਨੂੰ ਸਟਰੋਂਗ ਕਰਨ ਦੇ ਲਈ ਗੁਰਬਾਣੀ ਕੀਰਤਨ ਦਾ ਸਹਾਰਾ ਲੈ ਰਹੇ ਨੇ। ਇਹਦੇ ਲਈ ਅਸੀਂ ਸੋਸ਼ਲ ਮੀਡੀਆ 'ਤੇ ਬਹੁਤ ਸਾਰੀਆਂ ਵੀਡੀਓਜ਼ ਸਭ ਨੇ ਦੇਖੀਆਂ ਨੇ। ਆਪਾਂ ਜਿਹੜੀ ਗੱਲ ਕਰ ਰਹੇ ਸੀ ਕਿ ਇਹ ਵਿਸ਼ਵ ਪੱਧਰ ਦੀ ਜਿਹੜੀ ਅਧਿਆਤਮਿਕਤਾ ਹੈ ਇਹ ਕਿਹੋ ਜਿਹੀ ਹੋਏਗੀ, ਇਹਦੇ ਬਾਰੇ ਅਸੀਂ ਅੱਜ ਕੁਝ ਨਹੀਂ ਕਹਿ ਸਕਦੇ। ਫਿਰ ਵੀ ਅਸੀਂ ਇਹ ਕਹਿ ਸਕਦੇ ਹਾਂ ਕਿ ਇਸ ਗਲੋਬਲ ਸਪਿਰਚੁਅਲਿਟੀ ਵਿੱਚ ਕਿਸੇ ਇੱਕ ਵਿਸ਼ੇਸ਼ ਧਰਮ ਦੀ ਪ੍ਰਮੁੱਖਤਾ ਨਹੀਂ ਰਹਿ ਸਕੇਗੀ, ਭਾਵ ਕਿ ਇਹ ਸਰਬ ਸਾਂਝੀਵਾਲਤਾ ਦੇ ਸਿਧਾਂਤ 'ਤੇ ਕੇਂਦਰਿਤ ਰਹੇਗੀ। ਇਹ ਨਵੀਂ ਅਧਿਆਤਮਿਕਤਾ ਸਰੂਪ ਪੱਖੋਂ ਬਹੁਪੱਖੀ ਅਤੇ ਬਹੁਭਾਂਤੀ ਹੋਵੇਗੀ। ਵਿਸ਼ਵ ਮੰਡੀ ਦੀ ਲੋੜ ਵਿੱਚੋਂ ਹੁਣ ਜਿਵੇਂ ਪੈਦਾਵਾਰ ਬਹੁਭਾਂਤੀ ਹੋ ਰਹੀ ਹੈ, ਪੈਦਾਵਾਰ ਜਦੋਂ ਅਸੀਂ ਕਹਿੰਦੇ ਕਿ ਬਹੁਭਾਂਤੀ ਹੋ ਰਹੀ ਹੈ, ਇਹਦਾ ਮਤਲਬ ਇਹ ਹੈ ਕਿ ਇੱਕ ਸੱਭਿਆਚਾਰਕ ਸਮੂਹ ਨੂੰ ਜਿਸ ਕਿਸਮ ਦੀ ਪੈਦਾਵਾਰ ਦੀ ਜ਼ਰੂਰਤ ਹੈ, ਇੱਥੋਂ ਤੱਕ ਕਿ ਇੱਕ ਵਿਅਕਤੀ ਵਿਸ਼ੇਸ਼ ਨੂੰ ਇੱਕ ਦੁਨੀਆ ਦੇ ਉਹ ਭਾਵੇਂ ਕਿਸੇ ਵੀ ਕੋਨੇ ਦੇ ਵਿੱਚ ਰਹਿੰਦਾ ਹੋਵੇ,
ਉਹਨੂੰ ਉਹਦੀ ਲੋੜ ਮੁਤਾਬਕ ਜਿੱਦਾਂ ਦੀ ਉਹ ਵਸਤੂ ਚਾਹੁੰਦਾ ਹੈ ਉਹਨੂੰ ਉਹ ਵਸਤੂ ਅੱਜ ਮਿਲ ਰਹੀ ਹੈ। ਜਿਸ ਤਰ੍ਹਾਂ ਆਪਾਂ ਪਹਿਲਾਂ ਦੀ ਗੱਲ ਕੀਤੀ ਸੀ, ਗਲੋਬਲ ਟ੍ਰੇਡ ਜਾਂ ਟੈਲੀਕਮਿਊਨੀਕੇਸ਼ਨ, ਅਤੇ ਇਸ ਤਰ੍ਹਾਂ ਦੇ ਜਿਹੜਾ ਇੱਕ ਗਲੋਬਲ ਨੈਟਵਰਕ ਦੇ ਵਿੱਚ ਵੱਖ ਵੱਖ ਧਰਮਾਂ ਦੇ ਵਿੱਚ ਪੈਦਾ ਹੋ ਰਿਹਾ ਜਿਹੜਾ ਸੰਵਾਦ ਹੈ, ਇਹ ਇੱਕ ਬਹੁਪੰਥੀ ਵਰਲਡ ਦੀ ਸਿਰਜਣਾ ਕਰ ਰਿਹਾ। ਸ਼ੁਰੂ ਦੇ ਵਿੱਚ ਜਦੋਂ ਗਲੋਬਲਾਈਜੇਸ਼ਨ ਦਾ ਪ੍ਰੋਸੈਸ ਸ਼ੁਰੂ ਹੋਇਆ ਸੀ, ਖਾਸ ਕਰਕੇ 1990 ਦੇ ਦਹਾਕੇ ਦੇ ਵਿੱਚ ਜਦੋਂ ਤੇਜ਼ੀ ਆਈ ਇੱਕਦਮ ਗਲੋਬਲਾਈਜੇਸ਼ਨ ਦੇ ਵਿੱਚ, ਉਦੋਂ ਬਹੁਤ ਸਾਰੇ ਵਿਦਵਾਨਾਂ ਨੇ ਇੱਦਾਂ ਸੋਚਣਾ ਸ਼ੁਰੂ ਕਰ ਦਿੱਤਾ ਸੀ ਕਿ ਹੁਣ ਜਿਹੜੀਆਂ ਛੋਟੀਆਂ ਪਹਿਚਾਣਾਂ ਦੇ ਲੋਕ ਨੇ ਜਾਂ ਛੋਟੇ ਧਰਮ ਨੇ ਉਹਨਾਂ ਦੀ ਹੋਂਦ ਖਤਮ ਹੋ ਜਾਏਗੀ। ਪਰੰਤੂ ਜਿੱਥੇ ਜਿੱਥੇ ਜਾਂ ਜਿਵੇਂ ਜਿਸ ਰਫਤਾਰ ਦੇ ਨਾਲ ਗਲੋਬਲਾਈਜੇਸ਼ਨ ਦਾ ਪ੍ਰੋਸੈਸ ਚੱਲਿਆ, ਇਹਨੇ ਜਿੱਥੇ ਦੁਨੀਆ ਨੂੰ ਇੱਕ ਥਾਂ ਦੇ ਉੱਤੇ ਕੇਂਦਰ ਕੀਤਾ ਹੈ, ਉੱਥੇ ਨਾਲ ਦੀ ਨਾਲ ਦੁਨੀਆ ਦੇ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਜਿਹੜੀਆਂ ਡਾਇਵਰਸਿਟੀਜ਼ ਨੇ ਜਾਂ ਲੋਕਾਂ ਦੀਆਂ ਜਿਹੜੀਆਂ ਪਹਿਚਾਣਾਂ ਨੇ, ਸੱਭਿਆਚਾਰਕ ਪਹਿਚਾਣਾਂ ਨੂੰ, ਧਾਰਮਿਕ ਪਹਿਚਾਣਾਂ ਨੂੰ, ਰਿਲੀਜੀਅਸ ਆਇਡੈਂਟੀਟੀਜ਼ ਨੂੰ ਉੱਭਰਨ ਦੇ ਮੌਕੇ ਮਿਲੇ ਨੇ। ਮੁਨਸਰ ਇਸ ਗੱਲ 'ਤੇ ਕਰੇਗਾ ਕਿ ਇਹਨਾਂ ਮੌਕਿਆਂ ਦੀ ਵੱਖ ਵੱਖ ਧਾਰਮਿਕ ਜਿਹੜੇ ਲੋਕ ਨੇ ਉਹ ਕਿਸ ਤਰ੍ਹਾਂ ਵਰਤੋਂ ਕਰਦੇ ਨੇ। ਜਦੋਂ ਅਸੀਂ ਵਰਤੋਂ ਕਰਨ ਦੀ ਗੱਲ ਕਰ ਰਹੇ ਹਾਂ ਤਾਂ ਅਗਲਾ ਸਾਡਾ ਇਸੇ ਵਾਰਤਾ ਦਾ ਪੱਖ ਇਹ ਹੈ ਕਿ ਸਿੱਖਾਂ ਦੇ ਨੂੰ ਗਲੋਬਲਾਈਜੇਸ਼ਨ ਦੀ ਪ੍ਰਕਿਰਿਆ ਕਿਸ ਤਰ੍ਹਾਂ ਪ੍ਰਭਾਵਿਤ ਕਰਦੀ ਹੈ ਜਾਂ ਸਿੱਖਾਂ ਦੇ ਸਾਹਮਣੇ ਕਿਹੜੀਆਂ ਚੁਣੌਤੀਆਂ ਪੈਦਾ ਹੋ ਰਹੀਆਂ ਨੇ। ਇਹਨਾਂ ਦਾ ਜ਼ਿਕਰ ਕਰਨ ਤੋਂ ਪਹਿਲਾਂ ਆਪਾਂ ਇਸ ਵਾਰਤਾ ਦੇ ਕੁਝ ਜਿਹੜੇ ਬੁਨਿਆਦੀ ਜਾਂ ਸਾਰ ਰੂਪ ਦੇ ਵਿੱਚ ਹੁਣ ਤੱਕ ਜਿਹੜੇ ਆਪਾਂ ਡਿਸਕਸ਼ਨ ਕੀਤੀ ਹੈ ਉਹਦੇ ਕੁਝ ਪੁਆਇੰਟ ਪਹਿਲਾਂ ਸਾਹਮਣੇ ਰੱਖੀਏ, ਫਿਰ ਆਪਾਂ ਸਿੱਖਾਂ ਦੀ ਗੱਲ ਕਰਾਂਗੇ। ਜਿਵੇਂ ਗਲੋਬਲਾਈਜੇਸ਼ਨ ਦੇ ਨਾਲ ਇਹ ਪਤਾ ਲੱਗਿਆ ਕਿ ਧਰਤੀ 'ਤੇ ਵਿਭਿੰਨਤਾਵਾਂ ਨੇ ਪਰੰਤੂ ਸਭਨਾਂ ਦੀ ਏਕਤਾ ਵੀ ਹੈ। ਦੂਸਰੀ ਗੱਲ, ਕੌਮੀ ਗਣਰਾਜਾਂ ਦੀ ਜਗ੍ਹਾ ਹੁਣ ਇੱਕ ਵਿਸ਼ਵ ਲੈ ਰਿਹਾ, ਭਾਵ ਜਿਹੜੇ ਪਹਿਲਾਂ ਕੌਮੀਅਤਾਂ ਦੀ ਗੱਲ ਕਰ ਰਹੇ ਸੀਗੇ ਹੁਣ ਕੌਮ ਦਾ ਮਸਲਾ ਪਿੱਛੇ ਚਲਾ ਗਿਆ। ਵਿਸ਼ਵ ਪੱਧਰੇ ਸੰਵਾਦ ਨੇ ਕੌਮਾਂ ਦੀ ਜਿਹੜੀ ਇੱਕ ਸਰਦਾਰੀ ਹੈ ਉਹਨੂੰ ਇੱਕ ਤਰੀਕੇ ਦੇ ਨਾਲ ਖਤਮ ਕਰਤਾ ਜਾਂ ਡਿਲਿਊਟ ਕਰਤਾ। ਲੋਕਾਂ ਦਾ ਨਜ਼ਰੀਆ ਹੁਣ ਵਿਸ਼ਾਲ ਹੋ ਰਿਹਾ ਹੈ। ਇੱਕ ਇਨਸਾਨ ਇੱਕੋ ਸਮੇਂ ਅਨੇਕਾਂ ਪਹਿਚਾਣਾਂ ਦੇ ਨਾਲ ਆਪਣਾ ਸੰਵਾਦ ਰਚਾ ਰਿਹਾ ਹੈ। ਉਹ ਭਾਵੇਂ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਕਿਉਂ ਨਾ ਬੈਠਾ ਹੋਵੇ, ਉਹ ਇੱਕੋ ਸਮੇਂ ਦੇ ਵਿੱਚ ਬਹੁਤ ਛੋਟੇ ਸਮੇਂ ਦੇ ਦੌਰਾਨ ਉਹ ਦੁਨੀਆ ਪੱਧਰ 'ਤੇ ਆਪਣਾ ਜਿਹੜਾ ਇੰਟਰੈਕਸ਼ਨ ਦੇ ਵਿੱਚ ਲੱਗਿਆ ਹੋਇਆ, ਇੱਕੋ ਮੈਸੇਜ ਇੱਕੋ ਸਮੇਂ ਹਜ਼ਾਰਾਂ ਸੈਂਕੜੇ ਲੋਕਾਂ ਤੱਕ ਪਹੁੰਚ ਸਕਦਾ। ਅਤੇ ਧਰਤੀ ਦੀ ਮਲਕੀਅਤ ਸੰਬੰਧੀ ਹੁਣ ਜਿਹੜੇ ਪੁਰਾਣੇ ਭੁਲੇਖੇ ਨੇ ਉਹ ਟੁੱਟ ਰਹੇ ਨੇ, ਸਰਹੱਦਾਂ ਦਾ ਮਹੱਤਵ ਘਟ ਰਿਹਾ ਹੈ। ਅਤੇ ਜਿਵੇਂ ਸ਼ੁਰੂ ਦੇ ਵਿੱਚ ਜਾਪਦਾ ਸੀ ਕਿ ਗਲੋਬਲਾਈਜੇਸ਼ਨ ਸਾਰਿਆਂ ਨੂੰ ਇੱਕ ਮਿਕਸਡ ਕਿਸਮ ਦੇ ਸੱਭਿਆਚਾਰ ਦੇ ਵਿੱਚ ਬਦਲ ਦੇਗੀ ਜਾਂ ਇੱਕ ਸਾਰਾ ਸੰਸਾਰ ਇਕਹਿਰੇ ਰੂਪ ਦੇ ਵਿੱਚ ਸਾਹਮਣੇ ਆਏਗਾ, ਇਹ ਸਾਹਮਣੇ ਨਹੀਂ ਆ ਰਿਹਾ। ਇਹਦੇ ਨਾਲ ਦੀ ਨਾਲ ਜਿਹੜੀਆਂ ਵਿਲੱਖਣਤਾਵਾਂ ਦਾ ਜਾਂ ਫਿਰ ਲੋਕਲ ਆਇਡੈਂਟੀਟੀ ਦਾ ਉਭਾਰ ਵੀ ਓਨੇ ਜ਼ੋਰ ਦੇ ਨਾਲ ਸਾਹਮਣੇ ਆ ਰਿਹਾ। ਸਿੱਖਾਂ ਦੀ ਗੱਲ ਕਰੀਏ ਤਾਂ 4-5 ਬਹੁਤ ਮਹੱਤਵਪੂਰਨ ਮਸਲੇ ਨੇ। ਪਹਿਲਾਂ ਤਾਂ ਇਹ ਹੈ ਕਿ ਹੁਣ ਗਲੋਬਲਾਈਜੇਸ਼ਨ ਦੇ ਇਸ ਦੌਰ ਦੇ ਵਿੱਚ ਸਿੱਖਾਂ ਨੂੰ ਆਪਣੀ ਘੱਟ ਗਿਣਤੀ ਵਾਲੀ ਮਾਨਸਿਕਤਾ ਦੇ ਵਿੱਚੋਂ ਬਾਹਰ ਨਿਕਲਣਾ ਪਏਗਾ। ਉਹ ਦੌਰ ਬੀਤ ਗਿਆ ਜਦੋਂ ਸਿੱਖ ਆਪਣੇ ਘੱਟ ਗਿਣਤੀ ਹੋਣ ਦੀ ਗੱਲ ਕਰਦੇ ਸੀ। ਹੁਣ ਦੇ ਗਲੋਬਲ ਇੰਟਰੈਕਸ਼ਨ ਦੇ ਵਿੱਚ ਘੱਟ ਗਿਣਤੀ ਜਾਂ ਬਹੁ ਗਿਣਤੀ ਦਾ ਮਸਲਾ ਨਹੀਂ ਹੈ। ਮਸਲਾ ਇਹ ਹੈ ਕਿ ਤੁਹਾਡੇ ਪੱਲੇ ਕੀ ਹੈ। ਦੂਸਰਾ ਕਿ ਵਿਸ਼ਵ ਵਿਆਪੀ ਬ੍ਰਹਿਮੰਡੀ ਪ੍ਰਵੇਖ ਦੇ ਵਿੱਚ ਗੁਰਬਾਣੀ ਦੀ ਨਵੀਂ ਵਿਆਖਿਆ ਕਿਵੇਂ ਕੀਤੀ ਜਾਵੇ, ਭਾਵ ਵਿਭਿੰਨ ਧਰਮਾਂ ਦੇ ਲੋਕਾਂ ਤੱਕ ਆਪਣਾ ਜਿਹੜਾ ਮੈਸੇਜ ਹੈ ਉਹ ਕਿਸ ਤਰ੍ਹਾਂ ਲੈ ਕੇ ਜਾਇਆ ਜਾਵੇ। ਇਹ ਗੱਲ ਸਾਨੂੰ ਮੰਨ ਲੈਣੀ ਚਾਹੀਦੀ ਹੈ ਕਿ ਸਿੱਖ ਆਇਡੈਂਟੀਟੀ ਦੇ ਬਾਰੇ
ਦੁਨੀਆ ਭਰ ਦੇ ਲੋਕ ਹਜੇ ਪੂਰੀ ਤਰ੍ਹਾਂ ਨਹੀਂ ਜਾਣ ਰਹੇ। ਉਹਨਾਂ ਨੂੰ ਸਿੱਖ ਦਸਤਾਰ, ਸਿੱਖ ਪਹਿਰਾਵੇ ਜਾਂ ਸਿੱਖ ਕੀ ਹੁੰਦਾ ਹੈ, ਜਿੱਦਾਂ ਅਸੀਂ ਗੱਲ ਕਰੀਏ ਕਿ ਬਾਣੀ ਅਤੇ ਬਾਣੇ ਦੇ ਆਪਸੀ ਸੰਬੰਧ ਦੇ ਬਾਰੇ ਦੁਨੀਆ ਪੱਧਰ 'ਤੇ ਲੋਕਾਂ ਨੂੰ ਦੱਸਣ ਦੀ ਲੋੜ ਪਏਗੀ। ਇਹਦੇ ਲਈ ਇਹ ਜ਼ਰੂਰੀ ਹੋਏਗਾ ਕਿ ਜੋ ਗੁਰੂ ਨਾਨਕ ਪਾਤਸ਼ਾਹ ਨੇ ਇੰਟਰਫੇਥ ਡਾਇਲੋਗ ਦੀ ਪ੍ਰਥਾ ਉਦਾਸੀਆਂ ਦੇ ਰਾਹੀਂ ਸ਼ੁਰੂ ਕੀਤੀ ਸੀ, ਉਹਨੂੰ ਸਿੱਖਾਂ ਨੂੰ ਰਿਵਾਈਵ ਕਰਨਾ ਪਏਗਾ। ਸਿੱਖ ਜਿਸ ਤਰ੍ਹਾਂ ਅਸੀਂ ਸੋਸ਼ਲ ਮੀਡੀਆ 'ਤੇ ਦੇਖਦੇ ਹਾਂ ਕਿ ਇੱਕ ਦੂਸਰੇ ਦੇ ਉੱਤੇ ਦੋਸ਼ ਲਾਉਣ ਦੇ ਲਈ ਲੱਗੇ ਹੋਏ ਨੇ, ਕੁਝ ਸਮੇਂ ਦੇ ਲਈ ਜੇਕਰ ਇਹਨਾਂ ਦੋਸ਼ਾਂ ਨੂੰ ਬੰਦ ਕਰਕੇ ਦੁਨੀਆ ਦੇ ਬਾਕੀ ਧਰਮਾਂ ਦੇ ਨਾਲ ਆਪਣਾ ਸੰਵਾਦ ਰਚਾਉਣਾ ਸ਼ੁਰੂ ਕਰ ਦੇਣ ਤਾਂ ਇਹਦੇ ਬਹੁਤ ਚੰਗੇ ਨਤੀਜੇ ਨਿਕਲ ਸਕਦੇ ਨੇ। ਇਸੇ ਤਰ੍ਹਾਂ ਜਿਹੜਾ ਗੁਰਬਾਣੀ ਕੀਰਤਨ ਹੈ, ਇਹਨੂੰ ਦੁਨੀਆ ਪੱਧਰ ਦੇ ਵਿਭਿੰਨ ਸੱਭਿਆਚਾਰਾਂ ਦੇ ਲੋਕਾਂ ਤੱਕ ਲੈ ਕੇ ਜਾਣ ਦੇ ਲਈ ਯੋਗ ਉਪਰਾਲੇ ਹੋਣੇ ਚਾਹੀਦੇ ਨੇ। ਅਤੇ ਮਨੁੱਖੀ ਆਜ਼ਾਦੀ ਅਤੇ ਸਵੈਮਾਨ ਨੂੰ ਬਹਾਲ ਕਰਨ ਦੇ ਲਈ ਗੁਰਬਾਣੀ ਦੇ ਵਿੱਚ ਜਿਹੜਾ ਪ੍ਰਭੂ ਪ੍ਰੇਮ ਦਾ ਕੰਸੈਪਟ ਹੈ, ਨਿਰਗੁਣ ਅਤੇ ਸਰਗੁਣ ਸਰੂਪ ਦਾ, ਅਤੇ ਸ਼ਬਦ ਗੁਰੂ ਦਾ ਜਿਹੜਾ ਸਿਧਾਂਤ ਹੈ, ਇਹਨੂੰ ਦੁਨੀਆ ਪੱਧਰ ਦੇ ਉੱਤੇ ਦੱਸਣ ਦੇ ਲਈ ਕਿ ਇੱਕ ਅਕਾਲ ਪੁਰਖ ਕਿਵੇਂ ਸਰਗੁਣ ਸਰੂਪ ਦੇ ਵਿੱਚ ਪ੍ਰਗਟ ਹੋਇਆ, ਜਾਂ ਫਿਰ ਇੱਕ ਦੀ ਬਹੁਲਤਾ ਦਾ ਜਿਹੜਾ ਕੰਸੈਪਟ ਹੈ। ਆਮ ਤੌਰ 'ਤੇ ਜਦੋਂ ਅਸੀਂ ਆਈਡੀਆ ਆਫ ਗੋਡ ਦੀ ਗੱਲ ਕਰਦੇ ਹਾਂ ਤਾਂ ਬਹੁਤ ਸਾਰੇ ਸਾਡੇ ਸਿੱਖ ਸਕੋਲਰਸ ਨੇ ਸਿੱਖੀਜ਼ਮ ਨੂੰ ਕਿਹਾ ਕਿ ਸਿੱਖੀਜ਼ਮ ਇੱਕ ਮੋਨੋਥੀਸਟਿਕ ਰਿਲੀਜਨ ਹੈ। ਜਦੋਂ ਅਸੀਂ ਮੋਨੋਥੀਸਟਿਕ ਰਿਲੀਜਨ ਕਹਿੰਦੇ ਹਾਂ ਤਾਂ ਫਿਰ ਸਾਨੂੰ ਇਹ ਵੀ ਦੱਸਣਾ ਚਾਹੀਦਾ ਕਿ ਸਿੱਖ ਮੋਨੋਥੀਜ਼ਮ ਇਸਲਾਮਿਕ, ਕ੍ਰਿਸਚੈਨਿਟੀ, ਜੂਡਾਇਜ਼ਮ ਦੇ ਮੋਨੋਥੀਜ਼ਮ ਦੇ ਨਾਲੋਂ ਵੱਖਰਾ ਹੈ। ਇਸੇ ਤਰ੍ਹਾਂ ਦੂਸਰੇ ਪਾਸੇ ਬਹੁਤੇ ਲੋਕ ਇਹ ਕਹਿੰਦੇ ਆ ਕਿ ਸਿੱਖ ਜਿਹੜਾ ਧਰਮ ਹੈ ਇਹ ਹਿੰਦੂ ਧਰਮ ਦਾ ਹੀ ਅੰਗ ਹੈ ਜਾਂ ਇੱਕ ਕਿਸਮ ਦੀ ਰਿਫੋਰਮ ਮੂਵਮੈਂਟ ਹੈ। ਇਸ ਪੱਖੋਂ ਵੀ ਦੁਨੀਆ ਨੂੰ ਸੁਚੇਤ ਕਰਨ ਦੀ ਲੋੜ ਹੈ ਕਿ ਸਿੱਖ ਇੱਕ ਇੰਡੀਪੈਂਡੈਂਟ, ਇੱਕ ਡਿਸਟਿੰਕਟ, ਨਿਆਰਾ, ਵਿਲੱਖਣ ਧਰਮ ਹੈ। ਸਿੱਖੀ ਦੇ ਉੱਤੇ ਗਲੋਬਲਾਈਜੇਸ਼ਨ ਦੇ ਕੀ ਪ੍ਰਭਾਵ ਪੈ ਰਹੇ ਨੇ ਅਤੇ ਸਿੱਖਾਂ ਨੂੰ ਕੀ ਕਰਨਾ ਚਾਹੀਦਾ ਹੈ, ਇਹਦੇ ਬਾਰੇ ਇੱਕ ਸਪੈਸ਼ਲ ਵਾਰਤਾ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਚੈਨਲ ਦੇ ਰਾਹੀਂ ਕਰਾਂਗੇ। ਅੱਜ ਦੀ ਗੱਲਬਾਤ ਤੁਹਾਨੂੰ ਕਿੱਦਾਂ ਲੱਗੀ, ਇਹਦੇ ਬਾਰੇ ਤੁਸੀਂ ਨੀਚੇ ਆਪਣੇ ਕਮੈਂਟ ਦੇ ਸਕਦੇ ਹੋ। ਜੇਕਰ ਤੁਸੀਂ ਕਮੈਂਟ ਦਿਓਗੇ ਸਾਨੂੰ ਬਹੁਤ ਅੱਛਾ ਲੱਗੇਗਾ। ਅਤੇ ਜਿਹੜੇ ਦੋਸਤਾਂ ਨੇ ਇਹਨੂੰ ਹੁਣ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਉਹ ਇਸ ਨੂੰ ਸਬਸਕ੍ਰਾਈਬ ਕਰ ਲੈਣ। ਅੱਜ ਸਿਰਫ ਇੰਨਾ ਹੀ। ਅਗਲਾ ਲੈਕਚਰ ਅਸੀਂ ਵਿਸ਼ਵੀਕਰਨ ਅਤੇ ਸਿੱਖ ਪੂਰਾ ਵਿਸਥਾਰ ਦੇ ਵਿੱਚ ਤੁਹਾਡੇ ਨਾਲ ਚਰਚਾ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।